ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਹਾਜ਼ਰ ਹਾਂ ਦੋਸਤੋ, ਅੱਜ ਦੇ ਕੈਨੇਡਾ ਦੇ 8-10 ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਅੱਜ ਪ੍ਰਾਈਵੇਟ ਹੈਲਥ ਸੇਵਾਵਾਂ ਸੰਬੰਧੀ। NDP ਆਗੂ ਜਗਮੀਤ ਸਿੰਘ ਹੁਣਾਂ ਨੇ ਕੋਈ ਸਵਾਲ ਕੀਤੇ ਆ। ਦੂਜਾ ਗੱਲਬਾਤ ਕਰਾਂਗੇ ਕੱਲ੍ਹ ਨੂੰ ਮੰਗਲਵਾਰ ਤੋਂ BC ਦੇ ਵਿੱਚ 2.5 ਗ੍ਰਾਮ ਨਸ਼ਾ ਰੱਖਣ ਦੀ ਖੁੱਲ੍ਹ ਹੋ ਜਾਣੀ ਆ। ਅਤੇ ਤੀਜੀ ਗੱਲਬਾਤ ਇੱਕ ਕਰਨੀ ਆ ਕਿ ਬ੍ਰਿਟਿਸ਼ ਕੋਲੰਬੀਆ ਦੀ ਇੱਕ ਔਰਤ ਨੇ ਕਿਸੇ ਅਣਜਾਣ ਵਿਅਕਤੀ ਨੂੰ ਕਿਡਨੀ ਦਾਨ ਕੀਤੀ ਹੈ। ਖਬਰ ਬਹੁਤ ਚਰਚਾ ਦੇ ਵਿੱਚ ਆ। ਚੌਥੀ ਗੱਲਬਾਤ ਕਰਨੀ ਆ ਕਿ ਕੈਲਗਰੀ ਦੇ ਵਿੱਚ ਇੱਕ ਬੰਦਾ ਸਾਰੀਆਂ ਸਟਰੀਟਾਂ ਦੇ ਉੱਤੇ ਘੁੰਮ ਰਿਹਾ ਅਤੇ ਉਹ ਕਹਿੰਦਾ ਮੈਂ ਕੈਲਗਰੀ ਦੀ ਹਰ ਸਟਰੀਟ ਘੁੰਮ ਕੇ ਹਟਣਾ। ਕੀ ਮਾਮਲਾ ਆ? ਪੰਜਵੀਂ ਗੱਲਬਾਤ ਕਰਨੀ ਆ ਵਿਨੀਪੈਗ ਦੇ ਵਿੱਚ ਠੰਡ ਬਾਰੇ। ਵਿਨੀਪੈਗ 'ਚ ਠੰਡ ਬਹੁਤ ਪੈ ਰਹੀ ਆ। ਅਤੇ ਛੇਵੀਂ ਗੱਲਬਾਤ ਕਰਨੀ ਆ ਬ੍ਰਿਟਿਸ਼ ਕੋਲੰਬੀਆ ਬਾਰੇ। ਪਤਾ ਲੱਗਿਆ ਕਿ ਇੱਥੇ ਦੇ ਡਾਕਟਰ ਪੇਪਰ ਵਰਕ ਜ਼ਿਆਦਾ ਕਰਦੇ ਆ ਅਤੇ ਮਰੀਜ਼ ਘੱਟ ਦੇਖਦੇ ਆ, ਟਾਈਮ ਜ਼ਿਆਦਾ ਉੱਧਰਲੇ ਪਾਸੇ ਲੱਗ ਰਿਹਾ। ਅਗਲੀ ਗੱਲਬਾਤ ਅੰਟਾਰੀਓ ਦੇ ਬਾਰੇ ਕਰਾਂਗੇ। ਟੈਕਸ ਫਾਈਲ ਕਰਨ ਸੰਬੰਧੀ ਕੁਝ ਮਹੱਤਵਪੂਰਨ ਨੁਕਤੇ ਦੱਸੇ ਗਏ ਆ ਉੱਥੇ ਬਾਰੇ। ਅਤੇ ਹਵਾਈ ਸਫ਼ਰ ਬਾਰੇ ਗੱਲਬਾਤ ਕਰਨੀ ਹੈ ਕਿ ਹਵਾਈ ਸਫ਼ਰ ਦਾ ਕੋਈ ਸੁਨਹਿਰੀ ਯੁੱਗ ਹੁੰਦਾ ਸੀ ਕਿ ਉਹ ਵਾਪਸ ਆਊਗਾ ਕਿ ਨਹੀਂ। ਅਤੇ ਵਿਸ਼ਵ ਵਿੱਚ ਸਿਹਤ ਸੰਸਥਾ ਨੇ ਕੋਵਿਡ ਸੰਬੰਧੀ ਕੁਝ ਐਲਾਨ ਕੀਤੇ, ਉਹ ਕਰਾਂਗੇ। ਅਤੇ ਆਖਰੀ ਗੱਲਬਾਤ ਜੇ ਸਮਾਂ ਹੋਇਆ ਤਾਂ ਆਪਾਂ ਕੈਨੇਡਾ ਦੇ ਵਿੱਚ ਜਿਹੜੇ ਲੱਕੜ ਦੇ ਬਿਜਲੀ ਦੇ ਖੰਭੇ ਆ ਇਹਦੇ ਬਾਰੇ ਕਿ ਕਦੋਂ ਬਦਲਣਗੇ, ਹਨੇਰੀ ਨੂਰੀ ਆਉਣ 'ਤੇ ਟੁੱਟ ਜਾਂਦੇ ਆ ਅਤੇ ਸਮੱਸਿਆ ਪੈਦਾ ਹੁੰਦੀ। ਸਭ ਤੋਂ ਪਹਿਲੀ ਗੱਲਬਾਤ NDP ਆਗੂ ਜਗਮੀਤ ਸਿੰਘ ਹੁਣਾਂ ਬਾਰੇ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਕਿ ਕੋਵਿਡ ਤੋਂ ਬਾਅਦ ਜਿੱਦਾਂ ਦੇ ਹਾਲਾਤ ਬਣੇ ਆ, ਕੈਨੇਡਾ ਦੇ ਵਿੱਚ ਹੈਲਥ ਸਰਵਿਸਿਜ਼ ਦਾ ਬੁਰਾ ਹਾਲ ਹੋ ਗਿਆ। ਕੋਵਿਡ ਕਰਕੇ ਜਿੰਨੀਆਂ ਸਰਜਰੀ ਸੀਗੀਆਂ, ਸਾਰੀਆਂ ਚੀਜ਼ਾਂ ਸੀ ਉਹ ਪਿੱਛੇ ਪਾ ਦਿੱਤੀਆਂ ਵੀ ਇਹਨੂੰ ਪਿੱਛੇ ਕਰ ਲਓ, ਪਹਿਲਾਂ ਜਿਹੜਾ ਜ਼ਰੂਰੀ ਕੰਮ ਆ ਉਹ ਕਰੋ। ਵੀ ਇੱਕ ਬੰਦੇ ਦੀ ਤਾਂ ਮੌਤ ਹੋ ਜਾਣੀ ਜੇਕਰ ਉਹਨੂੰ ICU ਦੇ ਵਿੱਚ ਨਾ ਲੈ ਕੇ ਗਏ। ਡਾਕਟਰ ਨਰਸਾਂ ਸਾਰੇ ਉੱਧਰਲੇ ਪਾਸੇ ਲੱਗ ਗਏ। ਜਿਹਨਾਂ ਨਾਲ ਲੋਕਾਂ ਦਾ ਇਲਾਜ ਹੋਣਾ ਸੀ ਉਹ ਲੰਬਾ ਪੈਂਦਾ ਗਿਆ। ਕੋਈ 2 ਮਹੀਨੇ ਦੀ ਵਾਰੀ ਵਾਲਾ 6 ਮਹੀਨੇ 'ਤੇ ਚਲੇ ਗਿਆ, ਮੁੜ ਕੇ ਉਹ ਸਾਲ 'ਤੇ ਚਲਿਆ ਗਿਆ। ਹੁਣ ਸਰਕਾਰ ਦੇ ਕੋਲ ਹੱਲ ਕੋਈ ਨਹੀਂ। ਸਰਕਾਰ ਕਹਿੰਦੀ ਵੀ ਚਲੋ ਇੱਦਾਂ ਕਰੋ, ਇਹਨੂੰ ਸਾਰੇ ਨੂੰ ਪ੍ਰਾਈਵੇਟ ਕਰ ਦਿਓ, ਜਾਂ ਇੱਦਾਂ ਕਰੋ ਵੀ ਪੈਸੇ ਦੇ ਦਿੰਦੇ ਆ, ਇਹਦਾ ਜਿਹੜਾ ਆਹ ਸਰਜਰੀਜ਼ ਹੈ ਪ੍ਰਾਈਵੇਟ ਕਰ ਲਓ, ਬਾਹਰੋਂ ਕਿਸੇ ਕੋਲੋਂ ਕਰਾ ਲਓ, ਅਤੇ ਜਾਂ ਬਾਹਰਲੀਆਂ ਕੰਪਨੀਆਂ ਨੂੰ ਕਿਹਾ ਵੀ ਤੁਸੀਂ ਆ ਕੇ ਜਿਹੜੀਆਂ ਇਹ ਕਰ ਦਿਓ। ਸਰਕਾਰੀ ਹਿਸਾਬ ਕਿਤਾਬ ਦੇ ਵਿੱਚ ਨਹੀਂ ਆ ਰਹੀਆਂ। ਇੱਕ ਇੱਕ ਕਰਕੇ ਸਾਰੇ ਸੂਬੇ ਹੀ ਇਸ ਪਾਸੇ ਨੂੰ ਤੁਰ ਪਏ। ਅਤੇ ਇਸ ਮਾਮਲੇ ਦੇ ਉੱਤੇ ਹਾਊਸ ਆਫ ਕਾਮਨਸ ਦੇ ਵਿੱਚ ਜਿਹੜੇ NDP ਆਗੂ ਜਗਮੀਤ ਸਿੰਘ ਆ, ਇਹਨਾਂ ਨੇ ਅੱਜ ਬਹਿਸ ਦੀ ਮੰਗ ਕੀਤੀ ਆ ਵੀ ਆਪਾਂ ਬਹਿਸ ਦੀ ਮੰਗ ਕਰਨੀ ਆ। ਇੱਥੇ ਜਿਹੜਾ ਸੋਮਵਾਰ ਅੱਜ ਤੋਂ ਜਿਹੜੀ ਕਾਰਵਾਈ ਸ਼ੁਰੂ ਹੋਣੀ ਆ, ਇਹ ਉਹਨਾਂ ਦੇ ਲਈ ਸਭ ਤੋਂ ਵੱਡਾ ਮੁੱਦਾ ਹੋਊਗਾ। ਪਾਰਲੀਮੈਂਟ ਦੀਆਂ ਛੁੱਟੀਆਂ ਸੀਗੀਆਂ, ਇਹਨਾਂ ਛੁੱਟੀਆਂ ਦੇ ਵਿੱਚ ਜਗਮੀਤ ਸਿੰਘ ਹੁਣੀ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਆਏ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਕੇ ਇਹਨਾਂ ਨੇ ਜਿਹੜਾ ਇਹ ਵੀ ਦੇਖਿਆ ਕਿ ਇੱਥੋਂ ਦੇ ਐਮਰਜੈਂਸੀ ਰੂਮਾਂ ਦੇ ਵਿੱਚ ਕਿਸ ਕਿਸਮ ਦੀ ਭੀੜ ਵੱਧ ਰਹੀ ਆ, ਵਰਕਰ ਹੈ ਨਹੀਂ। ਅਤੇ ਇਹ ਸਾਰੇ ਗੱਲ ਤੋਂ ਬਾਅਦ ਹੁਣ ਉਹ ਜਦੋਂ ਉੱਥੇ ਗਏ ਆ ਹਾਊਸ ਆਫ ਕਾਮਨਸ ਦੇ ਵਿੱਚ, ਅਤੇ ਉਹ ਗੱਲਬਾਤ ਕਰਨਗੇ ਇਸ ਮਾਮਲੇ 'ਤੇ। ਲਿਬਰਲ ਸਰਕਾਰ ਨੂੰ ਕਹਿਣਗੇ ਵੀ ਇਹਦੇ 'ਤੇ ਬਹਿਸ ਕਰਾਓ ਕਿ ਕੀ ਇਹ ਸਹੀ ਹੈ ਕਿ ਗਲਤ ਆ। ਦੋਵੇਂ ਤਰ੍ਹਾਂ ਦੇ ਮਸਲੇ ਨੇ। ਜਦੋਂ ਵੀ ਕੁਛ ਪ੍ਰਾਈਵੇਟ ਹੁੰਦਾ ਤਾਂ ਦੋਵੇਂ ਤਰ੍ਹਾਂ ਦੀਆਂ ਚਰਚਾਵਾਂ ਆਉਂਦੀਆਂ। ਕੈਨੇਡਾ ਦੇ ਵਿੱਚ ਵੀ ਇਸ ਵੇਲੇ ਸਿਹਤ ਸੇਵਾਵਾਂ ਦੇ ਨਿੱਜੀਕਰਨ ਨੂੰ ਲੈ ਕੇ ਦੋਵੇਂ ਤਰ੍ਹਾਂ ਦੀਆਂ ਚਰਚਾਵਾਂ ਨੇ। ਪਹਿਲੀ ਚਰਚਾ ਇਹ ਕਹਿੰਦੀ ਵੀ ਲੋਕਾਂ ਨੂੰ ਘੱਟੋ ਘੱਟ ਪ੍ਰਾਈਵੇਟ ਤੋਂ ਕੀ ਲੈਣਾ, ਘੱਟੋ ਘੱਟ ਲੋਕਾਂ ਨੂੰ ਜਿਹੜਾ ਉਹ ਜਿਹੜੀ ਲੋਕਾਂ ਨੂੰ ਸਹੂਲਤ ਤਾਂ ਮਿਲਣ ਲੱਗੂਗੀ, ਲੋਕਾਂ ਨੂੰ ਘੱਟੋ ਘੱਟ ਇਲਾਜ ਤਾਂ ਹੋ ਜਾਊਗਾ ਇਸ ਚੀਜ਼ ਦਾ। ਦੂਜੀ ਗੱਲਬਾਤ ਇਹ ਕਹਿੰਦੇ ਵੀ ਇਹਦੇ ਨਾਲ ਫਿਰ ਚਾਰਜਸ ਕਈ ਉਹ ਲੱਗ ਜਾਣੇ ਜਿਹੜੇ ਪਹਿਲਾਂ ਨਹੀਂ ਲੱਗਦੇ, ਅਤੇ ਹੌਲੀ ਹੌਲੀ ਗੱਲਬਾਤ ਸਾਰੇ ਪ੍ਰਾਈਵੇਟ ਹੱਥਾਂ ਦੇ ਵਿੱਚ ਚਲੇ ਜਾਣੀ। ਵੀ ਚਾਹੀਦਾ ਇਹ ਅਸਲ ਦੇ ਵਿੱਚ ਕਿ ਸਾਨੂੰ ਇੱਥੇ ਜਿਹੜੀਆਂ ਸਾਡੀ ਪਬਲਿਕ ਹੈਗੀ ਆ, ਪਬਲਿਕ ਸਰਵਿਸਿਜ਼ ਨੇ, ਸਰਕਾਰੀ ਕੰਮ ਹੀ ਇੰਨਾ ਐਫੀਸ਼ੀਐਂਟ ਬਣਾਇਆ ਜਾਵੇ ਕਿ ਇਹਨਾਂ ਨੂੰ ਸਾਰੀਆਂ ਸਰਜਰੀਜ਼ ਉੱਥੇ ਹੋਣ, ਨਾ ਕਿ ਇਹਦਾ ਹੱਲ ਇਹ ਹੋਵੇ ਵੀ ਇਹਨੂੰ ਜਾ ਕੇ ਤੁਸੀਂ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿਓ। ਹੈਲਥ ਕੇਅਰ ਦੇ ਵਿੱਚ ਪਹਿਲਾਂ ਵੀ ਸਟਾਫ ਦੀ ਘਾਟ ਆ, ਅਤੇ ਇਹਦੇ ਨਾਲ ਜੇ ਇਹ ਬਾਹਰੋਂ ਕੰਮ ਹੋਣ ਲੱਗ ਪਿਆ ਤਾਂ ਉੱਥੇ ਫਿਰ ਘਾਟ ਹੋਰ ਹੋ ਜਾਣੀ ਆ। ਮਤਲਬ ਇਹਦੇ ਪਾਸੇ ਧਿਆਨ ਨਹੀਂ ਜਾਣਾ। ਸਾਰੇ ਸੂਬਿਆਂ ਨੇ ਲਗਭਗ ਪਿਛਲੇ ਦਿਨਾਂ ਦੇ ਵਿੱਚ ਐਲਾਨ ਕਰਤਾ ਵੀ ਜਿਹੜਾ ਕੁਛ ਹਸਪਤਾਲ ਆ, ਉਹ ਜਿਹੜੇ ਹਸਪਤਾਲ ਪ੍ਰਾਈਵੇਟ ਦੇ ਵਿੱਚ ਵੀ ਇਹ ਕੰਮ ਹੋਣਗੇ ਤਾਂ ਕਿ ਉੱਥੇ ਸਰਜਰੀ ਦੀ ਉਡੀਕ ਦੇ ਲਈ ਸਮਾਂ ਘਟਾਇਆ ਜਾ ਸਕੇ। ਜੇ ਤਾਂ ਇੱਦਾਂ ਹੁੰਦਾ ਕਿ ਵਕਤੀ ਤੌਰ ਦੇ ਉੱਤੇ ਸਾਰਾ ਸਿਸਟਮ ਪ੍ਰਾਈਵੇਟ ਚਲਿਆ ਜਾਂਦਾ, ਮੁੜ ਕੇ ਜਦੋਂ ਲੀਹ 'ਤੇ ਆ ਜਾਂਦੀ ਹੈ ਗੱਡੀ, ਅਤੇ ਫਿਰ ਸਾਰਾ ਸਾਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਪਹਿਲਾਂ ਵਾਂਗੂ ਹੋਣ ਲੱਗ ਪੈਂਦਾ, ਫਿਰ ਤਾਂ ਠੀਕ ਆ। ਪਰ ਜੇ ਪੱਕਾ ਹੀ ਪ੍ਰਾਈਵੇਟ ਕੋਲ ਚਲੇਗਾ ਤਾਂ ਫਿਰ ਅੰਟੈਰੀਓ ਨੇ ਪਹਿਲਾਂ ਐਲਾਨ ਕਰ ਦਿੱਤਾ, ਸਸਕੈਚੁਅਨ ਵੀ ਐਲਾਨ ਕਰ ਚੁੱਕਾ, ਅਲਬਰਟਾ ਵੀ ਐਲਾਨ ਕਰ ਚੁੱਕਾ, ਅਤੇ ਇੱਕ ਇੱਕ ਕਰਕੇ ਸਾਰੇ ਸੂਬੇ ਹੀ ਜਿਹੜੇ ਪ੍ਰਾਈਵੇਟ ਅਦਾਰੇ ਅਤੇ ਉੱਧਰਲੇ ਪਾਸੇ ਨੂੰ ਭੇਜਣ ਲੱਗ ਪਏ। ਅਤੇ ਫਿਰ ਕੁਦਰਤੀ ਆ ਵੀ ਜੇ ਸਰਜਰੀਆਂ ਉੱਧਰ ਹੋਣ ਲੱਗ ਪਈਆਂ ਤਾਂ ਜਿਹੜੇ ਨਰਸ ਡਾਕਟਰ ਇੱਥੇ ਸਰਕਾਰੀ ਕੰਮ 'ਚ ਆ ਉਹਨਾਂ ਨੇ ਤਾਂ ਪਹਿਲਾਂ ਹੀ ਉੱਧਰ ਚਲੇ ਜਾਣਾ, ਉਹ ਤਾਂ ਪਹਿਲਾਂ ਹੀ ਅੱਕੇ ਬੈਠੇ ਆ ਇੱਥੇ। ਹੁਣ ਜਿਹੜੀਆਂ ਉਹਨਾਂ ਨੂੰ ਫਿਰ ਪ੍ਰਾਈਵੇਟ ਵਾਲੇ ਅੱਗੇ ਹੋਰ ਲੁੱਟ ਕਰ ਸਕਦੇ ਆ ਲੋਕਾਂ ਦੀ। ਮਤਲਬ ਬਹੁਤ ਸਾਰੀਆਂ ਚੀਜ਼ਾਂ, ਹੁਣ ਗੋਡਾ ਬਦਲਣਾ, ਕਿਸੇ ਦਾ ਚੂਲਾ ਬਦਲਣਾ, ਇਹ ਤਾਂ ਕਵਰ ਕਰਦੀ ਹੈ ਸਰਕਾਰ। ਅਤੇ ਉਹਨਾਂ ਨੇ ਨਾਲ ਨਾਲ ਫਿਰ 10 ਚੀਜ਼ਾਂ ਹੋਰ ਵੀ ਦੱਸ ਦੇਣੀਆਂ ਵੀ ਤੁਸੀਂ ਆਹ ਕਰੋਗੇ ਤਾਂ ਤੁਹਾਨੂੰ ਆਹ ਮਿਲ ਜੂਗਾ, ਆਹ ਕਰੋਗੇ ਤਾਂ ਤੁਹਾਨੂੰ ਆਹ ਮਿਲ ਜੂਗਾ, ਅਤੇ ਗੱਲਬਾਤ ਫਿਰ ਪ੍ਰਾਈਵੇਟ ਵੱਲੋਂ ਚਲੇ ਜਾਂਦੀ ਹੈ।
ਪਿਛਲੇ ਵੀਕਐਂਡ ਦੇ ਉੱਤੇ ਜਿਹੜੇ ਸਾਡੇ ਫੈਡਰਲ ਹੈਲਥ ਮਿਨਿਸਟਰ ਨੇ ਯੋਈ ਡਿਊਕਲੋ, ਉਹਨਾਂ ਨੇ ਗੱਲਬਾਤ ਕਿਹਾ ਸੀ ਕਿ ਲਿਬਰਲ ਸਰਕਾਰ ਇਸ ਗੱਲ ਲਈ ਦੇਖੂਗੀ ਕਿ ਜਿਹੜਾ ਇਹਦੇ ਉੱਤੇ ਦੇਖਣਗੇ ਉਹ ਸਾਰਾ, ਮਤਲਬ ਸਾਡੇ ਉਹ ਕਹਿੰਦੇ ਸੀ ਆਬਜ਼ਰਵੇਸ਼ਨ ਥੱਲੇ ਰਹੂਗਾ ਵੀ ਕੋਈ ਲੁੱਟ ਨਾ ਕਰ ਸਕੇ, ਇੱਦਾਂ ਨਾ ਹੋਵੇ ਵੀ ਲੋਕਾਂ ਨੂੰ ਉੱਥੇ ਜਾ ਕੇ ਪੈਸੇ ਦੇਣੇ ਪੈਣ ਇਹਨਾਂ ਸਰਜਰੀਜ਼ ਦੇ ਲਈ। ਹੁਣ ਜੇ ਇਹ ਇਹਨਾਂ ਦੀ ਬਹਿਸ ਮਨਜ਼ੂਰ ਹੋ ਗਈ ਹੈ ਤਾਂ ਆਹ ਅੱਜ ਸ਼ਾਮ ਨੂੰ ਹੀ ਉੱਥੇ ਬਹਿਸ ਇਹ ਸ਼ੁਰੂ ਹੋ ਜਾਣੀ ਹੈ। ਸੋ ਪ੍ਰਾਈਵੇਟਾਈਜੇਸ਼ਨ ਨੂੰ ਲੈ ਕੇ, ਸੇਵਾਵਾਂ ਦੇ ਨਿੱਜੀਕਰਨ ਨੂੰ ਲੈ ਕੇ ਵੱਖ-ਵੱਖ ਖੇਤਰਾਂ ਦੇ ਵਿੱਚ ਪਹਿਲਾਂ ਵੀ ਗੱਲਬਾਤ ਹੁੰਦੀ ਆਈ ਆ, ਹੁਣ ਵੀ ਆ, ਤੇ ਦੋ ਹੀ ਧਿਰਾਂ ਨੇ ਇਹਦੇ, ਇੱਕ ਹੱਕ ਵਿੱਚ ਤੇ ਇੱਕ ਵਿਰੋਧ ਵਿੱਚ। ਕੁਝ ਲੋਕ ਚਾਹੁੰਦੇ ਆ ਵੀ ਪ੍ਰਾਈਵੇਟ ਨੂੰ ਦੇ ਦਿਓ ਸਾਰਾ ਕੁਝ, ਜਦੋਂ ਪੈਸੇ ਸਰਕਾਰ ਨੇ ਦੇਣੇ ਫਿਰ ਸਰਜਰੀ ਸਰਕਾਰੀ ਹਸਪਤਾਲ 'ਚ ਹੋਊਗੀ ਜਾਂ ਪ੍ਰਾਈਵੇਟ 'ਚ ਹੋਊਗੀ, ਕੀ ਫਰਕ ਆ। ਡਰ ਇਹ ਆ ਕਿ ਉਹਨਾਂ ਨੇ ਫਿਰ ਇਕੱਲੀ ਸਰਜਰੀ ਨਹੀਂ ਕਰਨੀ, ਨਾਲ 4-5 ਹੋਰ ਸਕੀਮਾਂ ਵੀ ਦੱਸਣੀਆਂ ਹੈ ਤੇ ਜਿਹਦੇ ਵਿੱਚ ਉਹਨਾਂ ਨੇ ਲੁੱਟ ਕਰਨੀ। ਅਲਟੀਮੇਟਲੀ ਜਦੋਂ ਹੋਈ ਪ੍ਰਾਈਵੇਟ ਗਿਆ ਸਾਰਾ ਕੁਝ, ਤੇ ਫਿਰ ਇਹ ਇਹਨੂੰ ਜ਼ਿਆਦਾ ਲੁੱਟ ਦਾ ਸਾਧਨ ਬਣਾ ਸਕਦੇ ਆ ਤੇ ਸਾਡਾ ਜਿਹੜਾ ਸਰਕਾਰੀ ਸਿਸਟਮ ਆ ਉਹ ਕਿਤੇ ਨਾ ਕਿਤੇ ਫੇਲ ਹੋ ਸਕਦਾ। ਇਸ ਕਰਕੇ ਹੋਣਾ ਤੇ ਇਹ ਚਾਹੀਦਾ, ਜਿਹੜੇ ਪ੍ਰਾਈਵੇਟ ਬੰਦਾ ਡਾਕਟਰ ਨਰਸ ਰੱਖ ਕੇ ਸਰਜਰੀ ਕਰ ਰਿਹਾ, ਤਾਂ ਮਤਲਬ ਉਹਦੇ ਵਿੱਚੋਂ ਪੈਸੇ ਬਣਾ ਰਿਹਾ, ਜਿਹੜਾ ਵੀ ਕੰਪਨੀ ਰਨ ਕਰ ਰਿਹਾ, ਮਾਲਕ ਆ ਉਹਦਾ ਸਾਰੇ ਕੁਝ ਦਾ, ਉਹਨੂੰ ਪੈਸੇ ਤਾਂ ਬਚ ਹੀ ਰਹੇ ਆ। ਤੇ ਜੋ ਪ੍ਰਾਈਵੇਟ ਬੰਦਾ ਪੈਸੇ ਬਚਾ ਰਿਹਾ ਤਾਂ ਸਰਕਾਰ ਕਿਉਂ ਨਹੀਂ ਬਚਾ ਸਕਦੀ? ਸਰਕਾਰ ਵੀ ਉਹੀ ਡਾਕਟਰ, ਉਹੀ ਨਰਸਾਂ ਤੇ ਉਹੀ ਰੱਖ ਕੇ ਸਾਰਾ ਕੁਝ ਖਰਚਾ ਕਰਕੇ ਸਰਕਾਰ ਇੱਧਰਲੇ ਪਾਸੇ ਜ਼ੋਰ ਦੇ ਕੇ ਬਚਾਵੇ, ਨਾ ਕਿ ਇਹ ਕਰੇ ਕਿ ਸਰਕਾਰ ਕੋਲੋਂ ਸਾਹਮਣੇ ਨਹੀਂ ਜਾਂਦੇ ਤੇ ਹੁਣ ਪ੍ਰਾਈਵੇਟ ਜਾ ਕੇ ਤੁਸੀਂ ਇਲਾਜ ਕਰਾਓ। ਇਸ ਗੱਲ ਦੇ ਉੱਤੇ ਅੱਜ ਬਹਿਸ ਹੋ ਸਕਦੀ ਆ। NDP ਆਗੂ ਜਗਮੀਤ ਸਿੰਘ ਨੇ ਇਸ ਮੁੱਦੇ ਨੂੰ ਬਹੁਤ ਜ਼ੋਰ ਸ਼ੋਰ ਦੇ ਨਾਲ ਚੁੱਕਿਆ ਆ। ਚਿੰਤਤ ਨੇ ਉਹ ਇਸ ਗੱਲ ਦੇ ਉੱਤੇ ਕਿ ਲੋਕਾਂ ਦੀ ਸਿਹਤ ਦੇ ਨਾਲ ਹੌਲੀ ਹੌਲੀ ਖਿਲਵਾੜ ਹੋ ਕੇ ਕਿਤੇ ਇੱਦਾਂ ਨਾ ਹੋਵੇ ਕਿ ਲੋਕ ਆਪਣੀਆਂ ਜੇਬਾਂ ਦੇ ਵਿੱਚੋਂ ਮੁੜ ਕੇ ਪੇ ਕਰਦੇ ਫਿਰ। ਅਗਲੀ ਖਬਰ ਆਪਾਂ ਬ੍ਰਿਟਿਸ਼ ਕੋਲੰਬੀਆ ਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੱਲ੍ਹ ਤੋਂ, ਜਾਣੀ ਮੰਗਲਵਾਰ ਤੋਂ, ਇੱਕ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਹੋਣਾ ਆ। ਫੈਡਰਲ ਸਰਕਾਰ ਨੇ ਇਹ ਪ੍ਰੋਜੈਕਟ ਦਿੱਤਾ, 2026 ਤੱਕ ਇਹ ਚੱਲਣਾ ਆ। ਤੇ ਇਹ ਆ ਕਿ ਇਹਨੂੰ BC ਦੇ ਵਿੱਚ 2.5 ਗ੍ਰਾਮ ਨਸ਼ਾ ਰੱਖਣਾ ਕਾਨੂੰਨੀ ਤੌਰ ਤੇ ਅਪਰਾਧ ਨਹੀਂ ਹੋਊਗਾ। ਮੰਗਲਵਾਰ ਤੋਂ ਸ਼ੁਰੂ ਹੋ ਕੇ ਕੋਈ ਵੀ, ਮਤਲਬ ਜੇ ਤੁਹਾਡੇ ਕੋਲ ਨਸ਼ਾ ਹੈਗਾ 2.5 ਗ੍ਰਾਮ ਤੱਕ, ਤਾਂ ਕ੍ਰਿਮੀਨਲ ਆਫੈਂਸ ਨਹੀਂ ਹੋਊਗਾ ਜੇ ਕੋਈ ਵਿਅਕਤੀ ਜਿਹਦੀ ਉਮਰ 18 ਸਾਲ ਤੋਂ ਉੱਤੇ ਆ। ਪਹਿਲਾਂ ਵੀ ਕਈ ਵਾਰ ਡਿਸਕਸ ਕਰ ਚੁੱਕੇ ਹਾਂ ਅਸੀਂ ਕਿ ਇਹ 3 ਸਾਲ ਦਾ ਇੱਕ ਪਾਇਲਟ ਪ੍ਰੋਜੈਕਟ ਆ, ਫੈਡਰਲ ਸਰਕਾਰ ਰਨ ਕਰ ਰਹੀ ਹੈ। BC ਸਰਕਾਰ ਨੂੰ ਐਗਜ਼ੈਂਪਸ਼ਨ ਦਊਗੀ ਇਸ ਮਾਮਲੇ ਦੇ ਉੱਤੇ ਕਿ ਕੰਟਰੋਲ ਡਰੱਗਸ ਤੇ ਜਿਹੜਾ ਸਬਸਟੈਂਸ ਯੂਜ਼ ਆ, CDSA, ਇਹਦੇ ਤਹਿਤ 31 ਮਈ 2022 ਦਾ ਸੀ, ਉਹਦੇ ਤਹਿਤ ਕੀਤਾ ਗਿਆ ਆ। ਐਡਵੋਕੇਟ ਕਹਿੰਦੇ ਆ ਕਿ ਡਰੱਗ ਯੂਜ਼ਰ ਜਿਹੜੇ ਡੀਕ੍ਰਿਮੀਨਲਾਈਜੇਸ਼ਨ ਆ, ਇਹ ਇਕੱਲੇ ਦੇ ਨਾਲ ਹਜ਼ਾਰਾਂ ਲੋਕਾਂ ਦੀ ਜਿਹੜੀ ਮੌਤ ਹੋ ਰਹੀ ਆ, ਉਹਦੇ 'ਤੇ ਕੋਈ ਕੰਟਰੋਲ ਨਹੀਂ ਹੋਣਾ, ਵੀ ਇਹ ਵੈਸੇ ਹੀ ਆ, ਇਹਦੇ ਨਾਲ ਕੋਈ ਫਰਕ ਨਹੀਂ ਪੈਣਾ। ਦੂਜੇ ਕਹਿੰਦੇ ਆ ਵੀ ਇਹ ਬਿਲਕੁਲ ਸਿੱਧੀ ਦਿਸ਼ਾ ਦੇ ਵਿੱਚ ਚੁੱਕਿਆ ਗਿਆ ਕਦਮ ਆ, ਤੇ ਇਹਦੇ ਨਾਲ ਜਿਹੜਾ ਹੌਲੀ ਹੌਲੀ ਸਮੱਸਿਆ ਹੱਲ ਹੋਣੀ ਸ਼ੁਰੂ ਹੋ ਜਾਊਗੀ। ਤੁਹਾਨੂੰ ਇਹਦੇ ਬਾਰੇ ਜਿਹੜਾ ਜਾਣਕਾਰੀ ਕੀ ਹੋਣੀ ਚਾਹੀਦੀ ਆ ਕਿ ਜਿਹੜਾ ਇਹਦੇ ਵਿੱਚ ਕਈ ਕਿਸਮਾਂ ਨੇ। ਕੋਕੇਨ ਆ, ਜਿਹੜਾ ਕਰੈਕ ਪਾਊਡਰ ਕਹਿੰਦੇ ਆ ਜਿਹਨੂੰ, ਉਹ ਤੁਸੀਂ ਰੱਖ ਸਕਦੇ ਆ, ਖਾ ਸਕਦੇ ਆ। ਮੈਥਾਫੈਂਟਾਮੀਨ ਆ, MDMA, ਓਪੀਓਡ ਆ, ਹੈਰੋਇਨ, ਫੈਂਟਨਿਲ, ਮੋਰਫੀਨ, ਇਹ ਸਾਰਾ ਕੁਛ ਹੀ ਤੁਸੀਂ 2.5 ਗ੍ਰਾਮ ਰੱਖ ਸਕਦੇ ਆ। ਫੀਮ 2.5 ਗ੍ਰਾਮ ਰੱਖ ਸਕਦੇ ਆ ਆਪਣੇ ਕੋਲ, ਤੁਹਾਨੂੰ ਕੋਈ ਵੀ ਕੁਛ ਨਹੀਂ ਕਹੂਗਾ। ਤੇ ਜਿਹੜੀ ਡਰੱਗ ਦੇ ਵਿੱਚ ਜ਼ਹਿਰ ਦੇ ਲਈ 86% ਇਹ ਫੈਂਟਾਨਿਲ ਜ਼ਿੰਮੇਵਾਰ ਆ, ਇਹਦੇ ਕਰਕੇ ਮੌਤਾਂ ਹੋ ਰਹੀਆਂ। ਜਿਹੜੀਆਂ 2019 ਤੋਂ ਲੈ ਕੇ 2022 ਤੱਕ ਜਿੰਨੀਆਂ ਜਿਹੜੀ BC ਕੋਰਨਰਜ਼ ਸਰਵਿਸ ਦੀ ਰਿਪੋਰਟ ਆ, ਉਹ ਇਹੀ ਦੱਸਦੀ ਆ। ਦੂਜੀ ਗੱਲ, ਇਹ ਪੱਕਾ ਤਬਦੀਲੀ ਨਹੀਂ ਆ। ਇੱਥੇ ਇੱਕ ਫਰਕ ਇਹ ਸਮਝਣ ਵਾਲਾ ਆ, ਗੱਲਾਂ ਦੋ ਤਿੰਨ ਨੇ। ਆਲੋਚਕ ਇਹ ਵੀ ਕਹਿੰਦੇ ਆ ਵੀ ਫਰਕ ਇਹਦੇ ਨਾਲ ਇਸ ਕਰਕੇ ਕੁਛ ਨਹੀਂ ਪੈਣਾ ਵੀ ਪਹਿਲਾਂ ਵੀ ਜੇ ਕਿਸੇ ਕੋਲ ਖਾਣ ਜੋਗਾ ਨਸ਼ਾ ਫੜਿਆ ਜਾਵੇ ਤਾਂ ਪੁਲਿਸ ਵਾਲੇ ਨੂੰ ਫੜਦੇ ਨਹੀਂ, ਛੱਡ ਦਿੰਦੇ ਆ। ਵੈਨਕੂਵਰ ਪੁਲਿਸ ਆ ਜਾਂ ਕੋਈ ਪੁਲਿਸ ਆ, ਵੀ ਉਹਨਾਂ ਨਾਲ ਤੁਸੀਂ ਗੱਲ ਕਰਕੇ ਦੇਖੋ, ਉਹ ਕਹਿੰਦੇ ਜੇ 2-2.5 ਗ੍ਰਾਮ ਕਿਸੇ ਕੋਲ ਹੋਵੇ ਖਾਣ ਲਈ, ਜੇ ਕਿਸੇ ਨੇ ਨਸ਼ਾ ਰੱਖਿਆ ਸੀ ਉਹਨੂੰ ਫੜਦੇ ਨਹੀਂ, ਪਹਿਲਾਂ ਹੀ ਛੱਡ ਦਿੰਦੇ ਆ। ਇਹਦੇ ਨਾਲ ਹੁਣ ਕੋਈ ਬਹੁਤਾ ਫਰਕ ਨਹੀਂ ਪੈਣਾ, ਹੁਣ ਵੀ ਛੱਡ ਦਿਆ ਕਰਨਗੇ, ਕਿਉਂਕਿ ਇਹ ਪੋਸੀਬਲ ਹੀ ਨਹੀਂ। ਜੇ ਪੁਲਿਸ ਨਸ਼ਾ ਖਾਣ ਵਾਲਿਆਂ ਨੂੰ ਫੜਨ ਲੱਗ ਪਈ ਤਾਂ ਇਹ ਤਾਂ ਜੇਲ੍ਹਾਂ ਭਰ ਜਾਣਗੀਆਂ। ਉਹ ਤਾਂ ਕਾਗਜ਼ੀ ਕਾਰਵਾਈ ਕਰਦੇ, ਉਹਨਾਂ ਦੀ ਬੱਸ ਹੋ ਜਾਣੀ ਆ ਵੀ ਇਹਨੂੰ ਫੜਿਆ, ਫਿਰ ਉੱਤੇ ਚਾਰਜ ਲਾਏ, ਫਿਰ ਉਹਨੂੰ ਲੈ ਕੇ ਗਏ, ਫਿਰ ਕੋਰਟ 'ਚ ਲੈ ਕੇ ਗਏ, ਛੱਡ ਦਿੰਦੇ ਪਹਿਲਾਂ ਵੀ। ਇਹ ਹੁਣ ਵੀ ਕੋਈ ਬਹੁਤਾ ਫਰਕ ਨਹੀਂ ਪੈਣਾ ਇਹਦੇ ਨਾਲ। ਪਰ ਇਹ ਆ ਵੀ ਉਹ ਪਹਿਲਾਂ ਜਿਹੜਾ ਨਸ਼ਾ ਕਰਦਾ ਸੀ ਬੰਦਾ, ਲੈ ਲੈਂਦੇ ਸੀ ਉਹ ਤੋਂ, ਵੀ ਫੜਿਆ ਗਿਆ 2.5 ਗ੍ਰਾਮ ਨਸ਼ੇ ਦੇ ਨਾਲ। ਦੂਜਾ ਹੋ ਸਕਦਾ ਵੱਧ ਤੇ ਵੀ ਛੱਡ ਦਿੰਦੇ। ਹੁਣ ਉੱਥੇ ਕਿਹੜਾ ਉਹਨਾਂ ਨੇ ਵੀ ਸਕੇਲ ਰੱਖਿਆ, ਉਹਦੇ ਨਾਲ ਮਿਣ ਕੇ ਦੇਖਣਾ ਵੀ 2.5 ਗ੍ਰਾਮ ਆ ਤਾਂ ਹੀ ਛੱਡਣਾ। ਦੂਜਾ ਉਹ ਕੀ ਕਰਦੇ ਆ ਇਹਨੂੰ ਕਿ ਉਹਨੂੰ ਨਸ਼ਾ ਲੈ ਕੇ ਸੁੱਟ ਦਿੰਦੇ ਸੀ ਜਾਂ ਆਪਾਂ ਨੂੰ ਡਿਸਟਰੋਏ ਕਰ ਲੈਂਦੇ ਸੀ, ਨਾਲ ਲੈ ਆਉਂਦੇ ਸੀ। ਤੇ ਇਸ ਮਾਮਲੇ ਦੇ ਵਿੱਚ ਉਹ ਨਸ਼ਾ ਨਹੀਂ ਫੜ ਸਕਣਗੇ, ਉਹਨੂੰ ਖਾਣ ਦੇਣਾ ਪਊਗਾ। 31 ਜਨਵਰੀ 2026 ਤੱਕ ਇਹ ਪ੍ਰੋਜੈਕਟ ਚੱਲਣਾ, ਜਾਂ ਤਾਂ ਇਹਨੂੰ ਫਿਰ ਇਹ ਕੰਟੀਨਿਊ ਕਰਨਗੇ ਜਾਂ ਇਹਨੂੰ ਉੱਥੇ ਰੋਕ ਦੇਣਗੇ। ਫੈਡਰਲ ਸਰਕਾਰ ਇਹਨੂੰ ਮੋਨੀਟਰ ਕਰੂਗੀ
ਸਾਰੇ ਇਸ 3 ਸਾਲਾਂ ਦੇ ਵਿੱਚ ਵੀ ਕਿੱਦਾਂ ਚੱਲ ਰਿਹਾ, ਕੀ ਹੋ ਰਿਹਾ। ਦੂਜਾ ਹੁਣ ਇਹਦਾ ਮਤਲਬ ਕੁਛ ਲੋਕ ਸਮਝਦੇ ਵੀ ਇਹਦਾ ਮਤਲਬ ਇਹ ਆ ਵੀ ਨਸ਼ਾ ਵੇਚਿਆ ਵੀ ਜਾ ਸਕਦਾ। ਜੇ ਸਰਕਾਰ ਇਹ ਕਹਿ ਰਹੀ ਹੈ ਕਿ ਤੁਸੀਂ 2.5 ਗ੍ਰਾਮ ਨਸ਼ਾ ਰੱਖ ਸਕਦੇ ਹੋ, ਤੇ ਇਹਦਾ ਮਤਲਬ ਕਿਤੇ ਵਿਕੂਗਾ ਵੀ ਉਹ। ਆਪਾਂ ਖਬਰ ਵੀ ਤੁਹਾਡੇ ਨਾਲ ਪਿੱਛੇ ਸਾਂਝੀ ਕੀਤੀ ਸੀ, ਇੱਕ ਬੰਦਾ ਕਹਿੰਦਾ ਸੀ ਵੀ ਮੈਂ ਡਰੱਗ ਦਾ ਸਟੋਰ ਖੋਲ੍ਹਣਾ ਵੈਨਕੂਵਰ ਦੇ ਵਿੱਚ, ਜਿੱਥੋਂ ਫੀਮ ਮਿਲਿਆ ਕਰੂਗੀ ਤੇ ਦੂਜੀ ਨਸ਼ਾ ਮਿਲਿਆ ਕਰੂਗਾ। ਤੇ ਕਿਉਂਕਿ ਉਹ ਕਹਿੰਦੇ ਨਹੀਂ ਅਲਾਓ ਕਰਦੇ ਮੈਨੂੰ, ਕੋਈ ਗੱਲ ਨਹੀਂ। ਉਹ ਕਹਿੰਦਾ ਸੀ ਮੈਂ ਵੈਸੇ ਹੀ ਟਰੱਕ 'ਚ ਵੇਚਣ ਲੱਗ ਜਾਣੀ ਹੈ, ਵੀ ਪੁਲਿਸ ਫੜ ਕੇ ਜੇਲ੍ਹ 'ਚ ਵੀ ਸਿੱਟ ਦੇ ਤਾਂ ਕੋਈ ਗੱਲ ਨਹੀਂ, ਮੇਰੀ ਜ਼ਮਾਨਤ ਹੋ ਜਾਣੀ ਹੈ। ਕਿਉਂਕਿ ਇਹ ਇੱਕੋ ਇੱਕ ਤਰੀਕਾ ਆ ਜਿਹਦੇ ਨਾਲ ਲੋਕਾਂ ਨੂੰ ਨਸ਼ੇ 'ਚੋਂ ਬਾਹਰ ਕੱਢਿਆ ਜਾ ਸਕਦਾ, ਜਾਂ ਜਿਹੜਾ ਮਰਨੋਂ ਬਚਾਇਆ ਜਾ ਸਕਦਾ। ਸੋ ਕੋਈ ਵੀ ਵਿਅਕਤੀ ਜਿਹੜਾ ਡਰੱਗ ਵੇਚਦਾ, ਇਹਦੀ ਟਰੈਫਿਕਿੰਗ ਕਰਦਾ, ਫੜਿਆ ਗਿਆ, ਉਹਨੂੰ ਸਜ਼ਾ ਪੱਕੀ ਆ। ਇਹ ਲੀਗਲ ਨਹੀਂ ਕੀਤੀ ਗਈ, ਡੀਕ੍ਰਿਮੀਨਲਾਈਜ਼ ਕੀਤੀ ਗਈ ਆ। ਸੋ ਇਹਦੀ ਤਸਕਰੀ ਕਰਨੀ ਜਾਂ ਇਹਨੂੰ ਵੇਚਣਾ ਕਿਸੇ ਨੂੰ, ਇਹ ਜੁਰਮ ਦੱਸਿਆ ਜਾ ਰਿਹਾ ਆ। ਪਰ ਤੁਸੀਂ ਇਹਨੂੰ ਖਾਣ ਪੀਣ ਦੇ ਲਈ ਰੱਖ ਸਕਦੇ ਹੋ, ਪੋਜੈਸ਼ਨ ਇਹਦੀ ਗੱਲ ਨਹੀਂ ਹੈ। ਸੋ ਜਿਹੜੀ ਪੋਜੈਸ਼ਨ ਆ, ਸਕੂਲਾਂ ਦੇ ਵਿੱਚ ਵੀ ਇਲੀਗਲ ਆ ਇਹ, ਚਾਈਲਡ ਕੇਅਰ ਫੈਸਿਲਿਟੀ ਦੇ ਵਿੱਚ ਵੀ, ਏਅਰਪੋਰਟਸ ਦੇ ਉੱਤੇ ਵੀ। ਉੱਥੇ ਤੁਸੀਂ ਰੱਖ ਵੀ ਨਹੀਂ ਸਕਦੇ ਵੀ ਏਅਰਪੋਰਟ ਦੇ ਉੱਤੇ 2.5 ਗ੍ਰਾਮ ਫੀਮ ਲੈ ਕੇ ਨਾ ਚਲੇ ਜਾਓ, ਵੀ ਸਾਡੇ ਲੀਗਲ ਆ, ਇਹ ਸਰਕਾਰ ਨੇ ਕਰ ਦਿੱਤੀ ਹੈ। ਇਹ ਕੁਛ ਐਗਜ਼ੰਪਸ਼ਨਸ ਨੇ ਜਿਹੜੀਆਂ ਇਹਨਾਂ ਨੂੰ ਜ਼ਰੂਰ ਦੇਖਣਾ ਚਾਹੀਦਾ। ਜਿਹੜੀਆਂ ਬਹੁਤ ਸਾਰੀਆਂ ਮਿਊਨਿਸਪੈਲਿਟੀਜ਼ ਨੇ, ਜਿਹਨਾਂ ਦੇ ਵਿੱਚ ਵੈਨਕੂਵਰ ਵੀ ਇੱਕ ਆ, ਉਹਨਾਂ ਦਾ ਬਾਈਲਾ ਹੈਗਾ ਆ ਜਿਹੜਾ ਸਿਟੀ ਦੀਆਂ ਫੈਸਿਲਿਟੀਜ਼ ਦੇ ਉੱਤੇ ਇਹਨੂੰ ਡਰੱਗ ਯੂਜ਼ ਨੂੰ ਪ੍ਰੋਹਿਬਿਟ ਕਰ। ਤੁਸੀਂ ਫੈਸਿਲਿਟੀ ਦੇ ਉੱਤੇ ਵੀ ਨਹੀਂ ਕਰ ਸਕਦੇ, ਜਾਂ ਤੁਸੀਂ ਪ੍ਰਾਈਵੇਟ ਏਰੀਏ ਦੇ ਵਿੱਚ ਜਿੱਦਾਂ ਮਾਲ ਆ, ਕੈਫੇ ਆ, ਉੱਥੇ ਵੀ ਨਹੀਂ ਕਰ ਸਕਦੇ। ਸੋ ਜਿਹੜਾ ਇੱਥੋਂ ਉਹਨਾਂ ਨੂੰ ਵੱਖਰਾ ਕਰ ਦਿੱਤਾ ਜਾਊਗਾ, ਉਹਨਾਂ ਦੇ ਫੈਡਰਲ ਕ੍ਰਿਮੀਨਲ ਚਾਰਜਸ ਜਿਹੜੇ ਆ ਉਹ ਲਾਏ ਜਾ ਸਕਦੇ ਆ ਇਸ ਮਾਮਲੇ ਦੇ ਵਿੱਚ। ਸੋ ਮਾਮਲਾ ਇੱਕੋ ਹੀ ਆ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਘਟਾਇਆ ਜਾਵੇ। ਇਹ ਵੀ ਹਾਲੇ ਤੱਕ ਗੱਲਬਾਤ ਸਾਫ਼ ਨਹੀਂ ਹੋਈ ਕਿ ਐਗਜ਼ੈਕਟਲੀ ਜਿਹੜੀ ਪੁਲਿਸ ਆ ਉਹਨੂੰ ਦੇਖੂਗੀ ਕਿੱਦਾਂ ਵੀ ਇਹ 2.5 ਗ੍ਰਾਮ ਆ ਜਾਂ ਜ਼ਿਆਦਾ ਆ, ਜਾਂ ਇਹ ਮਤਲਬ ਜਿਹੜੀ ਲੀਗਲ ਥ੍ਰੈਸ਼ਹੋਲਡ ਆ ਉਹਦੇ ਉੱਤੇ ਲੈ ਕੇ ਚੱਲ ਰਹੀ ਆ। ਕਈ ਸਵਾਲ ਨੇ ਲੋਕਾਂ ਦੇ, ਪਰ ਮੁੱਖ ਦੀ ਗੱਲ ਇਹ ਆ ਵੀ ਨਸ਼ਾ ਪਹਿਲਾਂ ਵੀ ਲੋਕ ਖਾਂਦੇ, ਹੁਣ ਵੀ ਖਾਈ ਜਾਂਦੇ ਆ। ਪੁਲਿਸ ਦਾ ਕੰਮਕਾਰ ਘਟਾਇਆ ਗਿਆ ਆ, ਤੇ ਜੇ ਕਿਸੇ ਨੇ ਖਾਣ ਨੂੰ ਰੱਖਣਾ ਉਹਨੂੰ ਕੋਈ ਗੱਲ ਨਹੀਂ, ਉਹ ਘੱਟੋ ਘੱਟ ਜਿਹੜਾ ਨਸ਼ਾ ਰੱਖ ਸਕਦਾ। ਹੁਣ ਰੌਲਾ ਇਹ ਵੀ 2.5 ਗ੍ਰਾਮ ਹੀ ਕਿਉਂ, 5 ਗ੍ਰਾਮ ਕਿਉਂ ਨਹੀਂ, ਜਾਂ 1 ਗ੍ਰਾਮ ਕਿਉਂ ਨਹੀਂ। ਜਿਹੜਾ ਬ੍ਰਿਟਿਸ਼ ਕੋਲੰਬੀਆ ਆ, ਇਹਨੇ ਇਸ ਐਗਜ਼ੰਪਸ਼ਨ ਦੇ ਲਈ ਜਿਹੜਾ ਕੰਟਰੋਲ ਡਰੱਗਸ ਐਂਡ ਸਬਸਟੈਂਸ ਐਕਟ ਦੇ ਲਈ ਨਵੰਬਰ 2021 ਦੇ ਵਿੱਚ ਅਪਲਾਈ ਕੀਤਾ ਸੀ। ਬ੍ਰਿਟਿਸ਼ ਸਰਕਾਰ ਨੇ, ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਫੈਡਰਲ ਸਰਕਾਰ ਨੂੰ, ਕੈਨੇਡਾ ਦੇ ਨੂੰ ਕਿਹਾ ਸੀ ਵੀ ਸਾਨੂੰ 4.5 ਗ੍ਰਾਮ ਡਰੱਗ ਰੱਖਣ ਦੀ ਆਗਿਆ ਦਿੱਤੀ ਜਾਵੇ। ਤੇ ਪਰ ਫੈਡਰਲ ਗਵਰਨਮੈਂਟ ਕਹਿੰਦੀ ਵੀ 4.5 ਗ੍ਰਾਮ ਜ਼ਿਆਦਾ ਆ, ਤੁਸੀਂ 2.5 ਗ੍ਰਾਮ ਰੱਖ ਲਓ। ਤੇ 2.5 ਗ੍ਰਾਮ ਉਹਨਾਂ ਨੇ ਗ੍ਰਾਂਟ ਕਰ ਦਿੱਤੀ ਸੀ। ਤੇ ਹੁਣ ਇਹਦੀ ਅੱਗਿਓਂ ਫੀਡਬੈਕ ਕੀ ਆਉਂਦੀ ਹੈ, ਜੇ ਤਾਂ ਇਹਦੇ ਨਾਲ ਮਸਲਾ ਅਸਲ ਦੇ ਵਿੱਚ ਇਹ ਆ ਵੀ ਜਿਹੜੀਆਂ ਮੌਤਾਂ ਹੋ ਰਹੀਆਂ ਨਾ, ਜਿਹੜਾ ਸਰਕਾਰ ਆ, ਚਾਹੇ ਉਹ BC ਸਰਕਾਰ ਆ ਤੇ ਚਾਹੇ ਫੈਡਰਲ ਸਰਕਾਰ ਆ, ਇਹਨਾਂ ਦੋਵਾਂ ਦਾ ਰੌਲਾ ਇਹ ਆ ਕਿ ਇਹਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਿਸੇ ਤਰ੍ਹਾਂ ਘਟ ਜਾਵੇ। ਜਿਹੜੀ 2016 ਤੋਂ ਲੈ ਕੇ ਹੁਣ ਤੱਕ ਐਮਰਜੈਂਸੀ ਲੱਗੀ ਹੈ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਸੋ ਜਦੋਂ 2021 ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਅਪਲਾਈ ਕੀਤਾ ਸੀ, ਤਾਂ ਇਹ ਪਬਲਿਕ ਹੈਲਥ ਐਮਰਜੈਂਸੀ ਦੇ ਮਤਲਬ 5 ਸਾਲ ਹੋ ਚੁੱਕੇ ਸੀ ਉਦੋਂ, ਕਿਉਂਕਿ 16 ਦੇ ਵਿੱਚ ਇਹ ਪਬਲਿਕ ਹੈਲਥ ਐਮਰਜੈਂਸੀ ਲੱਗਦੀ ਆ। ਤੇ 16 ਤੋਂ ਲੈ ਕੇ 10,000 ਲੋਕਾਂ ਦੀ, 10,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਆ ਡਰੱਗ ਖਾ ਕੇ। ਡਰੱਗ ਦੇ ਨਾਲ ਬੰਦਾ ਨਹੀਂ ਮਰਦਾ ਥੋੜ੍ਹੇ ਕੀਤੇ, ਬੰਦਾ ਮਰਦਾ ਜਦੋਂ ਉਹ ਡਰੱਗ ਦੇ ਵਿੱਚ ਜ਼ਹਿਰ ਮਿਲਦੀ ਹੈ। ਜ਼ਹਿਰ ਕਿਉਂ ਮਿਲਾਉਂਦੇ? ਇਸ ਕਰਕੇ ਨਸ਼ਾ ਤੇਜ਼ ਹੋ ਜਾਵੇ। ਸਭ ਤੋਂ ਵੱਧ ਜਿਹੜੀ ਚੀਜ਼ ਵਰਤੀ ਜਾ ਰਹੀ 86% ਉਹ ਫੈਂਟਾਨਿਲ ਆ। ਹੁਣ ਚਾਹੇ ਪੋਲੀਟੀਸ਼ੀਅਨਸ ਨੇ, ਚਾਹੇ ਉਹ ਨੇ, ਉਹ ਡੀਕ੍ਰਿਮੀਨਲਾਈਜ਼ ਕਰਕੇ ਵੀ ਚਾਹੁੰਦੇ ਇਹੀ ਆ ਵੀ ਉਹ ਮੌਤਾਂ ਤੋਂ ਰੋਕਿਆ ਜਾ ਸਕੇ। ਨਸ਼ਾ ਨਹੀਂ ਕਰਨਾ ਚਾਹੀਦਾ, ਉਹਨੂੰ ਇਹ ਵੱਖਰਾ ਰੋਕਣ ਦਾ ਯਤਨ ਕਰਦੇ। ਐਜੂਕੇਸ਼ਨ ਹੋ ਸਕਦੀ ਆ, ਹੋਰ ਟਰੀਟਮੈਂਟ ਹੋ ਸਕਦੀ ਆ, ਪਰ ਬੰਦਾ ਮਰਨੋਂ ਤੋਂ ਬਚ ਜਾਵੇ। ਹੁਣ ਰੌਲਾ ਫਿਰ ਉੱਥੇ ਆ ਵੀ ਇਹ ਡੀਕ੍ਰਿਮੀਨਲਾਈਜ਼ ਕਰਨ ਦੇ ਨਾਲ ਜਿਹੜੀ ਸੇਫ ਸਪਲਾਈ ਆ ਉਹ ਕਿੱਦਾਂ ਹੋਊਗੀ, ਲੋਕਾਂ ਨੂੰ ਸਾਫ਼ ਨਸ਼ਾ ਮਿਲੇ ਜਿਹਦਾ ਪਤਾ ਹੋਵੇ ਵੀ ਇਹ ਕੀ ਆ, ਇਹ ਕਿੱਦਾਂ ਮਿਲੂਗਾ? ਇਹ ਸਵਾਲ ਹਜੇ ਵੀ ਜਿਹੜਾ ਅਣਕਿਆ ਹੈ, ਹਵਾ 'ਚ ਲਟਕਦਾ ਹੈ। ਸੇਫ ਸਪਲਾਈ ਆਫ ਡਰੱਗਸ ਇਹ ਇੱਕ ਵੱਡਾ ਮੁੱਦਾ ਹੈ। ਪਰ ਦੇਖੋ, ਤਜਰਬੇ ਕਰ ਰਹੀ ਹੈ ਫੈਡਰਲ ਸਰਕਾਰ ਵੀ ਤੇ ਪ੍ਰੋਵਿੰਸ ਦੀ ਸਰਕਾਰ ਵੀ, ਯਤਨ ਕਰ ਰਹੇ ਵੀ ਕਿਸੇ ਨਾ ਕਿਸੇ ਤਰ੍ਹਾਂ, ਕਿਉਂਕਿ ਜਦੋਂ ਇਹਨੂੰ ਡੀਕ੍ਰਿਮੀਨਲਾਈਜ਼ ਕਰਦੇ ਆ ਤੇ ਇਹਦੇ ਪਿੱਛੇ ਮਾਹਰ ਹੁੰਦੇ ਆ ਬਹੁਤ ਸਾਰੇ, ਉਹ ਡਾਕਟਰ ਨੇ, ਮਾਹਰ ਨੇ, ਉਹ ਬੈਠ ਕੇ ਸੋਚਦੇ ਇਹਦਾ ਹੱਲ ਕੀ ਹੋ ਸਕਦਾ। ਤੇ ਬੈਸਟ ਪੋਸੀਬਲ ਇਸ ਵੇਲੇ ਇਹਨਾਂ ਨੂੰ ਇਹੀ ਲੱਗ ਰਿਹਾ ਵੀ ਇਹਦੇ ਨਾਲ ਘੱਟੋ ਘੱਟ ਮਰਨ ਵਾਲਿਆਂ ਦੀ ਗਿਣਤੀ ਘਟ ਸਕਦੀ ਆ। ਸੋ ਜੇ ਆਉਣ ਵਾਲੇ ਸਾਲਾਂ ਦੇ ਵਿੱਚ ਇਹਦੇ ਨਾਲ ਗਿਣਤੀ ਘਟਦੀ ਹੈ ਮਰਨ ਵਾਲੇ ਲੋਕਾਂ ਦੀ, ਜਿਹੜੇ ਨਸ਼ਾ ਕਰਕੇ ਮੌਤ ਹੋ ਜਾਂਦੀ ਆ, ਕੁਦਰਤੀ ਤੌਰ 'ਤੇ ਪ੍ਰੋਜੈਕਟ ਨੂੰ ਅੱਗੇ ਵੀ ਚਲਾਇਆ ਜਾ ਸਕਦਾ। ਅਜੇ ਕੱਲ੍ਹ ਤੋਂ ਸ਼ੁਰੂ ਹੋ ਕੇ ਤੇ ਇਹ ਜਿਹੜਾ ਆ
3 ਸਾਲ ਦੇ ਲਈ 2026 ਤੱਕ ਐਸੇ ਤਰੀਕੇ ਦੇ ਨਾਲ ਚੱਲਣਾ ਆ। ਫਿਰ ਉਹਦੇ ਉਸ ਤੋਂ ਬਾਅਦ ਜਿਹੜੇ ਨਤੀਜੇ ਆ ਉਹ ਸਾਹਮਣੇ ਜਿਹੜੇ ਆ ਉਹ ਆ ਸਕਦੇ ਆ। ਅਗਲੀ ਗੱਲਬਾਤ ਕਰਨੀ ਆ ਆਪਾਂ ਆਰਗਨ ਡੋਨੇਸ਼ਨ ਬਾਰੇ। ਬੰਦੇ ਦੇ ਸਰੀਰ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਅੰਗ ਨੇ, ਲਿਵਰ ਆ, ਹਾਰਟ ਆ, ਆਈਜ਼ ਨੇ, ਕਿਡਨੀਜ਼ ਨੇ, ਜਿਹੜੇ ਉਹ ਇੰਟਸਟਾਈਨ ਆ, ਜਿਹੜੇ ਉਹ ਦਾਨ ਕਰ ਸਕਦਾ, ਕਿਸੇ ਨੂੰ ਦੇ ਸਕਦਾ। ਕਈ ਅੰਗ ਜਿਉਂਦੇ ਜੀ ਦਾਨ ਕੀਤੇ ਜਾ ਸਕਦੇ ਆ ਤੇ ਕਈ ਮੌਤ ਤੋਂ ਬਾਅਦ ਲੋਕ ਦਾਨ ਕਰ ਜਾਂਦੇ ਆ। ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਇਸ ਮਾਮਲੇ ਦੇ ਵਿੱਚ ਥੋੜ੍ਹੀ ਜਿਹੀ ਤਰੱਕੀ ਹੋਈ ਆ, ਲੋਕ ਅਵੇਅਰ ਹੋਏ ਆ, ਆਰਗਨ ਡੋਨੇਸ਼ਨ ਵਧੀ ਆ ਤੇ ਜਿਹੜੇ ਆਰਗਨ ਟਰਾਂਸਪਲਾਂਟ ਪਿਛਲੇ ਸਾਲਾਂ ਦੇ ਵਿੱਚ ਕੀਤੇ ਗਏ ਉਹ ਵੀ ਪਹਿਲੇ ਸਾਲਾਂ ਨਾਲੋਂ ਜ਼ਿਆਦਾ ਦੱਸੇ ਜਾ ਰਹੇ ਆ। ਇੱਦਾਂ ਦੀਆਂ ਬਹੁਤ ਸਾਰੀਆਂ ਇੰਸਪਾਇਰਿੰਗ ਸਟੋਰੀਜ਼ ਨੇ ਜਿਹੜੀਆਂ ਸਾਹਮਣੇ ਆਉਂਦੀਆਂ ਆ ਤੇ ਜਿਹੜੇ ਕਿ ਜਿਹਦੇ ਵਿੱਚ ਪਤਾ ਲੱਗਦਾ ਕਿ ਲੋਕ ਮੋਟੀਵੇਟ ਹੁੰਦੇ ਆ ਹੋਰ ਵੀ ਇਸ ਚੰਗੇ ਕੰਮਕਾਰ ਦੇ ਲਈ। ਆਮ ਤੌਰ 'ਤੇ ਕੋਈ ਸਰੀਰ ਦਾ ਅੰਗ ਦਾਨ ਕਰਨਾ ਜੀਂਦੇ ਜੀ, ਖਾਸ ਕਰ ਕਿਡਨੀ ਜਿੱਦਾਂ ਦਾਨ ਕਰਦੇ ਆ, ਉਹ ਕੋਈ ਰਿਲੇਟਿਵ ਹੀ ਦਿੰਦਾ ਆ ਤੇ ਜਾਂ ਕੋਈ ਬਹੁਤ ਕਿਸੇ ਨੂੰ ਪਿਆਰ ਹੋਵੇ, ਜਾਣਦਾ ਹੋਵੇ ਵੀ ਮੈਂ ਆਪਣੇ ਮਾਂ ਪਿਓ ਦੀ ਜਾਂ ਧੀ ਪੁੱਤ ਦੀ ਜਾਨ ਬਚਾਉਣੀ ਆ, ਉਸ ਵੇਲੇ ਇਹ ਜਿਹੜੀ ਕਿਡਨੀ ਆ ਜਾਂ ਇੱਦਾਂ ਕੋਈ ਅੰਗ ਆ ਉਹ ਦਾਨ ਕੀਤਾ ਜਾ ਸਕਦਾ। ਬਰਖੋਲਡਰ ਜੇਮਸ ਇਹ BC ਤੋਂ 700 ਕਿਲੋਮੀਟਰ ਫਲਾਈ ਕਰਕੇ ਉੱਥੇ ਗਈ ਆ ਕਿਡਨੀ ਦਾਨ ਕਰਨ ਦੇ ਲਈ 1 ਦਸੰਬਰ ਨੂੰ, ਤੇ ਕਿਡਨੀ ਵੀ ਇਹਨੇ ਉਹਨੂੰ ਦਾਨ ਕੀਤੀ ਆ ਜਿਹਨੂੰ ਇਹ ਜਾਣਦੀ ਵੀ ਨਹੀਂ ਸੀ। ਬ੍ਰਿਟਿਸ਼ ਕੋਲੰਬੀਆ ਦੀ ਇੱਕ ਔਰਤ ਨੇ ਵਿਨੀਪੈਗ ਦੇ ਵਿਅਕਤੀ ਨੂੰ ਕਿਡਨੀ ਦਾਨ ਕੀਤੀ ਹੈ ਜਿਹੜੀ ਕਿ ਉਹਨੂੰ ਜਾਣਦੀ ਵੀ ਨਹੀਂ ਸੀ। ਮਤਲਬ ਤੁਸੀਂ ਇਹ ਦੇਖ ਲਓ ਕਿ ਉਹ ਕਿੱਡੀ ਵੱਡੀ ਗੱਲ ਹੋਊਗੀ ਇਹ ਕਿਡਨੀ ਦਾਨ ਕਰਨ ਦੀ, ਕਿ ਜਿਹਦੇ ਵਿੱਚ ਉਹਨੇ ਬਿਨਾਂ ਜਾਣ ਪਛਾਣ ਤੋਂ, ਬਿਨਾਂ ਮਤਲਬ ਪਤਾ ਤੋਂ ਵੀ ਮੈਂ ਜਿਹਨੂੰ ਅਨੋਨੀਮਸ ਡੋਨਰ, ਜਿਹੜਾ ਕਿ ਮੇਰੇ ਕੋਲੇ 2 ਕਿਡਨੀਆਂ 1 ਲੈ ਲਓ। ਉਹ ਕਹਿੰਦੇ ਮੈਨੂੰ ਇੱਦਾਂ ਲੱਗਦਾ ਵੀ ਅਸੀਂ ਬੜੇ ਥੋੜ੍ਹੇ ਜਿਹੇ ਸਮੇਂ ਦੇ ਲਈ ਇਸ ਧਰਤੀ ਦੇ ਉੱਤੇ ਆਏ ਹਾਂ ਤੇ ਇੱਥੇ ਸਾਰਿਆਂ ਨੂੰ ਖੁਸ਼ ਰਹਿਣਾ ਚਾਹੀਦਾ। ਇਕੱਲੀ ਇਹ ਔਰਤ ਨਹੀਂ, 200 ਹੋਰ ਪਿਛਲੇ ਸਮੇਂ ਦੇ ਵਿੱਚ ਇੱਦਾਂ ਦੇ ਅਨੋਨੀਮਸ ਡੋਨਰ ਆਏ ਆ ਜਿਹਦੇ ਵਿੱਚ ਉਹਨਾਂ ਨੂੰ ਕਿਡਨੀ ਦਾਨ ਕੀਤੀ ਹੈ ਜਿਨ੍ਹਾਂ ਨੂੰ ਉਹ ਜਾਣਦੇ ਵੀ ਨਹੀਂ ਸੀ। ਇਹੀ ਸ਼ਾਇਦ ਸਾਡੇ ਕੈਨੇਡਾ ਦਾ ਕਲਚਰ ਆ, ਕੈਨੇਡੀਅਨ ਸਿਸਟਮ ਆ, ਜਿਹੜਾ ਲੋਕਾਂ ਨੂੰ ਇੰਨੇ ਚੰਗੇ ਬਣਾਉਣੇ ਸਿਖਾਉਂਦਾ ਆ ਕਿ 200 ਜਿਹੜੇ ਨਾਨ ਡਾਇਰੈਕਟਡ ਅਨੋਨੀਮਸ ਡੋਨਰ ਪੂਰੇ ਦੇਸ਼ ਦੇ ਵਿੱਚ, ਜਿਨ੍ਹਾਂ ਨੇ ਕੈਨੇਡੀਅਨ ਬਲੱਡ ਸਰਵਿਸਿਜ਼ ਦੇ ਨੈਸ਼ਨਲ ਕਿਡਨੀ ਪੇਅਰ ਡੋਨੇਸ਼ਨ ਪ੍ਰੋਗਰਾਮ ਦੇ ਵਿੱਚ ਪਾਰਟੀਸਪੇਟ ਕੀਤਾ। ਲੋਕ ਇਨਵੋਲਵ ਹੋਏ ਆ ਇਸ ਪ੍ਰੋਗਰਾਮ ਦੇ ਵਿੱਚ ਕਿ ਡੋਨੇਸ਼ਨ ਉਹਨਾਂ ਨੂੰ ਮਿਲੀਆਂ ਵੀ ਸਟ੍ਰੇਂਜਰਸ ਤੋਂ ਹੀ ਆ, ਕਿਉਂਕਿ ਉਹਨਾਂ ਨੂੰ ਵੀ ਨਹੀਂ ਜਾਣਦੇ, ਔਰ ਇੱਕ ਬਹੁਤ ਜ਼ਿਆਦਾ ਇਹਦਾ ਇੰਪੈਕਟ ਪੈ ਰਿਹਾ। ਔਰ ਇਹ ਇੱਕ ਇੱਦਾਂ ਦੱਸਿਆ ਜਾ ਰਿਹਾ ਕਿ ਇਸ ਟਰਾਂਸਪਲਾਂਟੇਸ਼ਨ ਦੇ ਵਿੱਚ ਚੇਨ ਰਿਐਕਸ਼ਨ ਸ਼ੁਰੂ ਹੋ ਰਿਹਾ। ਚੇਨ ਰਿਐਕਸ਼ਨ ਦੇ ਵਿੱਚ ਜਦੋਂ ਇੱਕ ਕੋਈ ਆਈਟਮ ਜਾਂ ਕੋਈ ਜਿਹੜਾ ਹੈਗਾ ਉਹ ਅੱਗੇ 3 ਦੇ ਨਾਲ ਟਕਰਾਉਂਦਾ, 3 ਫਿਰ ਅੱਗਿਓਂ 3 ਨੂੰ ਹਿੱਟ ਕਰਦੇ, ਉਹ ਫਿਰ ਅੱਗਿਓਂ, ਮਤਲਬ ਇੱਦਾਂ ਜ਼ਿਆਦਾ ਵੱਧਦਾ ਆ, ਉਹ ਮੈਗਨੀਫਾਈ ਹੋ ਕੇ ਇਫੈਕਟ ਪੈਂਦਾ ਵੀ ਇਹ ਇੱਦਾਂ ਕੰਮ ਕਰ ਰਿਹਾ। ਜਦੋਂ ਇੱਕ ਖਬਰ ਪਤਾ ਲੱਗਦੀ, ਖਬਰਾਂ ਆਮ ਤੌਰ 'ਤੇ ਵੈਸੇ ਮਾੜੀਆਂ ਹੁੰਦੀਆਂ, ਪਰ ਜਦੋਂ ਇੱਦਾਂ ਦੀ ਚੰਗੀ ਖਬਰ ਕਿਤੇ ਲੋਕਾਂ ਨੂੰ ਪਤਾ ਲੱਗਦੀ ਆ, ਉਹ ਇਹ ਤੋਂ ਮੋਟੀਵੇਟ ਹੁੰਦੇ, ਯਾਰ ਫਲਾਣੇ ਬੰਦੇ ਨੇ ਬਿਨਾਂ ਜਾਣ ਪਛਾਣ ਤੋਂ ਕਿਡਨੀ ਦੇ ਦਿੱਤੀ ਤੇ ਆ 200 ਜਣਾ ਦੇ ਹੀ ਬੈਠਾ। ਫਿਰ ਉਹਨਾਂ ਦਾ ਵੀ ਜੀਅ ਕਰਦਾ, ਜਾਂ ਉਸ ਸਟੇਜ ਦੇ ਉੱਤੇ ਬੰਦਾ ਉਸ ਮਾਨਸਿਕ ਅਵਸਥਾ ਦੇ ਉੱਤੇ ਪਹੁੰਚ ਜਾਂਦਾ ਜਦੋਂ ਇਸ ਗੱਲ ਨੂੰ ਰਿਅਲਾਈਜ਼ ਕਰ ਲੈਂਦਾ ਵੀ ਮੈਨੂੰ ਫਰਕ ਨਹੀਂ ਪੈਣਾ, ਕਿਸੇ ਹੋਰ ਦੀ ਜ਼ਿੰਦਗੀ ਜਿਹੜੀ ਆ ਉਹ ਬਚ ਜਾਊਗੀ। ਸੋ ਇਹਨੂੰ ਇਹ ਸਿਸਟਮ ਇਹਨੂੰ ਕਿਹਾ ਜਾ ਰਿਹਾ ਚੇਨਡ ਕਿਡਨੀ ਡੋਨੇਸ਼ਨ। ਸੋ ਇੱਕ ਪੂਲ ਅਨੋਨੀਮਸ ਡੋਨਰ ਦਾ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ, ਤੇ ਪੇਸ਼ੈਂਟ ਜਿਨ੍ਹਾਂ ਨੂੰ ਕਿਡਨੀ ਚਾਹੀਦੀ ਆ ਉਹਨਾਂ ਦੇ ਫਿਰ ਉਹ ਬਲੱਡ ਜਾਂ ਜੋ ਕੁਛ ਵੀ ਮੈਚ ਕਰਕੇ ਉਹਨੂੰ ਦੇ ਰਹੇ ਆ। ਜਿਹੜਾ ਕੈਨੇਡੀਅਨ ਬਲੱਡ ਸਰਵਿਸ ਦਾ ਡਾਟਾ ਆ ਉਹ ਦੱਸਦਾ ਹੈ ਕਿ ਬਹੁਤੇ ਡੋਨਰ ਜਿਹੜੇ ਨੈਸ਼ਨਲ ਕਿਡਨੀ ਪੇਅਰ ਡੋਨੇਸ਼ਨ ਪ੍ਰੋਗਰਾਮ ਦੇ ਵਿੱਚ ਆ, ਉਹਨਾਂ ਨੇ ਦੂਜੇ ਡੋਨਰ ਨੂੰ ਦੱਸਿਆ, ਮਤਲਬ ਇੱਕ ਡੋਨਰ ਦਾ ਰਿਲੇਟਿਵ, ਕੋਈ ਸਪਾਊਸ, ਕੋਈ ਫਰੈਂਡ, ਕੋਈ ਕੋਵਰਕਰ, ਕੋਈ ਜਿਹੜਾ ਮਤਲਬ ਜਿਸ ਬੰਦੇ ਨੂੰ ਹੁਣ ਕਿਡਨੀ ਮਿਲ ਗਈ, ਇੱਕ ਬੰਦੇ ਨੂੰ ਉਸ ਪੂਲ ਦੇ ਵਿੱਚ ਉਹਨੇ ਪਾ ਦਿੱਤਾ, ਜਿਹਨੇ ਡੋਨੇਟ ਕਰਨਾ ਉਹ ਵੀ ਇੱਥੇ ਆ ਜਾਓ, ਜਿਨ੍ਹਾਂ ਨੇ ਲੈਣੀਆਂ ਉਹ ਵੀ ਇੱਥੇ ਆ ਜਾਓ। ਉਹ 'ਚੋਂ ਉਹਨਾਂ ਨੇ ਜਿਹਦੀ ਮੈਚ ਕਰਦੀ ਸੀ ਦੇ ਦਿੱਤੀ। ਹੁਣ ਜਿਹਦੇ ਕਿਸੇ ਧੀ ਪੁੱਤ ਨੂੰ, ਮਾਂ ਪਿਓ ਨੂੰ, ਭੈਣ ਭਰਾ ਨੂੰ ਮਿਲ ਗਈ ਕਿਡਨੀ, ਉਹ ਅੱਗਿਓਂ ਇੰਸਪਾਇਰ ਹੁੰਦਾ ਵੀ ਯਾਰ ਸਾਨੂੰ ਕਿਸੇ ਨੇ ਜਾਣ ਬੰਦੇ ਨੇ ਦੇ ਦਿੱਤੀ, ਮੈਂ ਵੀ ਕਿਸੇ ਨੂੰ ਦੇਵਾਂ। ਉਹ ਅੱਗਿਓਂ ਦਿੰਦਾ ਤੇ ਇੱਕ ਤਰੀਕੇ ਦੇ ਨਾਲ ਇਹ ਲੜੀ ਜਿਹੜੀ ਅੱਗੇ ਚੱਲੀ ਜਾ ਰਹੀ ਹੈ। ਤੇ ਬਹੁਤ ਇੱਕ ਚੰਗੀ ਗੱਲਬਾਤ ਇਹ ਦੱਸੀ ਜਾ ਰਹੀ ਆ। ਬੜਾ ਇੱਥੇ ਸੰਕਟ ਆ ਅੰਗਾਂ ਦਾ ਕਿ ਜੇ ਕਿਸੇ ਨੂੰ ਅੰਗ ਮਿਲ ਜਾਵੇ ਤਾਂ ਉਹਦਾ ਬਚਾਅ ਹੋ ਸਕਦਾ ਹੁੰਦਾ, ਪਰ ਬੜੀਆਂ ਲੰਬੀਆਂ ਉਡੀਕਾਂ ਨੇ। ਲੋਕ ਉਡੀਕ ਕਰਦੇ ਆ ਕਿੰਨੇ ਮਹੀਨੇ ਤੇ ਕਈ ਵਾਰੀ ਸਾਲ ਲੱਗ ਜਾਂਦੇ, ਕਈ ਵਾਰੀ ਉਡੀਕ ਕਰਦੇ ਕਰਦੇ ਦੁਨੀਆ ਤੋਂ ਵੀ ਚਲੇ ਜਾਂਦੇ। ਪਰ ਇਹ ਜਿਹੜੀ ਹੁਣ ਨਵੀਂ ਇੱਕ ਇੱਥੇ ਰਵਾਇਤ ਸ਼ੁਰੂ ਹੋਈ ਆ, ਪਰੰਪਰਾ ਸ਼ੁਰੂ ਹੋਈ ਆ, ਨਵੀਂ ਪਿਰਤ ਪਈ ਆ ਕਿ ਤੁਸੀਂ ਕਿਸੇ ਅਣਜਾਣ ਬੰਦਾ ਤੁਹਾਨੂੰ
ਆਪਣਾ ਅੰਗ ਦਾਨ ਕਰ ਰਿਹਾ ਤੇ ਤੁਸੀਂ ਅੱਗਿਓਂ ਤੁਹਾਡਾ ਕੋਈ ਰਿਸ਼ਤੇਦਾਰ ਗਾਂਹ ਦਾਨ ਕਰ ਰਿਹਾ। ਜਿਹੜਾ BC ਟ੍ਰਾਂਸਪਲਾਂਟ ਸੁਸਾਇਟੀ ਹੈ ਕਹਿੰਦੀ ਸੀ 2021 ਦੇ ਵਿੱਚ 75 ਕਿਡਨੀ ਡੋਨੇਟ ਕੀਤੀਆਂ ਜਿਹੜੀਆਂ ਲਿਵਿੰਗ ਡੋਨਰ ਸੀਗੇ, ਤੇ 150 ਡੋਨਰ ਜਿਹੜੇ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਹਨਾਂ ਨੇ ਲਿਖ ਕੇ ਦੇ ਜਾਂਦੇ, ਉਸ ਤੋਂ ਬਾਅਦ ਇਹ ਦਾਨ ਹੋਇਆ ਸੀ। ਏਜੰਸੀ ਇਹ ਵੀ ਕਹਿੰਦੀ ਹੈ ਕਿ ਪੇਸ਼ੈਂਟ ਜਿਹੜੇ ਕਿਡਨੀ ਦੇ ਉਡੀਕ ਕਰ ਰਹੇ ਆ ਟ੍ਰਾਂਸਪਲਾਂਟ ਦੇ ਲਈ, ਉਹਨਾਂ ਦੇ ਕੋਲ ਮਤਲਬ ਬੈਟਰ ਹੁਣ ਆਪਸ਼ਨਸ ਇਸ ਚੀਜ਼ ਦੀਆਂ ਹੈਗੀਆਂ ਆ। ਤੇ ਇਹ ਜਿਹੜੀ ਬਰਖੋਲਡਰ ਜੇਮਸ ਸੀ ਇਸ ਕੰਮ ਦੇ ਵਿੱਚ ਹੋਈ ਆ ਐਨੋਨੀਮਸ ਡੋਨਰ ਬਣਨ ਦੇ ਲਈ। ਜਦੋਂ ਇਹਨੇ ਨਿਊਯਾਰਕ ਟਾਈਮਸ ਦੇ ਵਿੱਚ ਆਰਟੀਕਲ ਪੜ੍ਹਿਆ ਸੀ ਇਹ ਚੇਨ ਡੋਨੇਸ਼ਨ ਆਰਗਨ ਦਾ, ਕਈ 10 ਕੁ ਸਾਲ ਪਹਿਲਾਂ ਦੀ ਗੱਲਬਾਤ ਦੱਸੀ ਹੈ। ਸੋ ਨਿਊਯਾਰਕ ਟਾਈਮ ਦੇ ਵਿੱਚੋਂ ਖਬਰ ਪੜ੍ਹ ਕੇ ਉਹ ਇੰਸਪਾਇਰ ਹੋਈ ਤੇ ਜੀਵਨ ਦੀ ਇੱਕ ਸਟੇਜ ਦੇ ਉੱਤੇ ਆ ਕੇ ਇਹ ਫੈਸਲਾ ਲੈ ਲਿਆ ਕਿ ਮੈਂ ਕਿਸੇ ਦੇ ਲਈ ਕੁਛ ਕਰ ਸਕਦੀ ਹਾਂ। ਤੇ ਕੁਛ ਸਾਲ ਪਹਿਲਾਂ ਉਹ ਕਹਿੰਦੀ ਮੈਂ ਫਿਰ ਡਿਸਾਈਡ ਕੀਤਾ ਵੀ ਮੈਂ ਇਹ ਕੰਮ ਕਰਨਾ ਆ। BC ਕੈਨੇਡਾ ਦਾ ਦੂਜਾ ਸਭ ਤੋਂ ਜ਼ਿਆਦਾ ਜਿਹੜੇ ਨਾਨ ਡਾਇਰੈਕਟਡ ਅਨੋਨੀਮਸ ਡੋਨਰਸ ਨੇ ਉਹ ਦੂਜਾ ਸੂਬਾ ਆ। 78 ਜਣੇ ਇੱਥੇ ਜਿਹੜੇ ਸੀਗੇ ਉਹਨਾਂ ਨੇ ਡੋਨੇਟ ਕੀਤੀ ਹੈ। ਓਨਟਾਰੀਓ ਪਹਿਲੇ ਨੰਬਰ 'ਤੇ ਆਉਂਦਾ, ਉੱਥੇ 105 ਜਣਿਆਂ ਨੇ ਇਹੀ ਕੰਮ ਕੀਤਾ। ਵੈਨਕੂਵਰ ਜਨਰਲ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਜਿਹੜੇ ਕਿਡਨੀ ਟ੍ਰਾਂਸਪਲਾਂਟ ਦੇ ਨੇ ਓਲੀਵਨ ਜੌਨਸਟਨ, ਉਹਨਾਂ ਨੇ ਇਸ ਮਾਮਲੇ ਦੇ ਵਿੱਚ ਕਿਹਾ 300 ਪੇਸ਼ੈਂਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵੇਲੇ ਕਿਡਨੀ ਟ੍ਰਾਂਸਪਲਾਂਟ ਦੀ ਉਡੀਕ ਕਰ ਰਹੇ ਆ। ਤੇ ਉਹਨਾਂ ਨੇ ਅਨੋਨੀਮਸ ਡੋਨਰ ਦੀ ਸਿਫਤ ਕੀਤੀ ਆ ਕਿ ਇੱਕ ਬਹੁਤ ਚੰਗਾ ਕੰਮ ਕਰ ਰਹੇ ਆ, ਜਿਹਦੇ ਨਾਲ ਇੱਕ ਗੱਲ ਅੱਗੇ ਤੁਰਦੀ ਆ, ਉਹੀ ਗੱਲ ਅੱਗੇ ਚੰਗੀ ਤੁਰਦੀ ਆ। ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ transplant.bc.ca ਦੇ ਉੱਤੇ ਜਾ ਕੇ ਪਤਾ ਕਰ ਸਕਦੇ ਹਾਂ ਤੇ ਉੱਥੋਂ ਤੁਹਾਨੂੰ ਇਹਦੀ ਹੋਰ ਜਿਹੜੀ ਜਾਣਕਾਰੀ ਆ ਉਹ ਵੀ ਮਿਲ ਸਕਦੀ ਹੈ। ਅਗਲੀ ਖਬਰ ਆਪਾਂ ਕੈਲਗਰੀ ਤੋਂ ਲੈਣੀ ਆ। ਅਲਬਰਟਾ ਦਾ ਸ਼ਹਿਰ ਕੈਲਗਰੀ, ਤੇ ਕੈਲਗਰੀ ਦੇ ਵਿੱਚ ਇੱਕ ਵਿਅਕਤੀ ਆ ਮਾਰਕ ਸ਼ੁਪੇ, ਉਹ ਕੀ ਕਰ ਰਿਹਾ ਆ, ਗਲੀਆਂ ਦੇ ਵਿੱਚ ਤੁਰ ਰਿਹਾ ਆ, ਸਟਰੀਟਾਂ ਦੇ ਉੱਤੇ ਸੜਕਾਂ ਦੇ ਉੱਤੇ ਤੁਰ ਰਿਹਾ ਆ। ਤੇ ਟੈਂਪਰੇਚਰ ਜਿੰਨਾ ਮਰਜ਼ੀ ਮਾਈਨਸ ਚਲੇ ਜਾਵੇ ਉਹ ਹਟਦਾ ਨਹੀਂ। 2018 ਤੋਂ ਇਹ ਕੰਮ ਕਰਨ ਲੱਗਾ ਆ। 2018 ਦੇ ਵਿੱਚ ਰਿਟਾਇਰ ਹੋਇਆ ਅਕਾਊਂਟੈਂਟ, ਤੇ ਉਹਦਾ ਮਿਸ਼ਨ ਇੱਕ ਬਣ ਗਿਆ ਕਿ ਮੈਂ ਕੈਲਗਰੀ ਦੀ ਹਰ ਕੱਲੀ ਗਲੀ ਘੁੰਮਣੀ ਆ। ਨਕਸ਼ਾ ਉਹਦੇ ਹੱਥ ਵਿੱਚ ਉੱਥੋਂ ਦਾ, ਤੇ ਉਹ ਫਿਰ ਮਤਲਬ ਸੈਰ ਕਰਦਾ ਉੱਥੇ ਜਾ ਕੇ। ਉਹਦੇ ਗੱਲ ਕੀ ਹੋਈ ਸੀ, ਬੈਕ ਇੰਜਰੀ ਹੋ ਗਈ ਸੀ ਤੇ ਉਹ ਬੈਕ ਇੰਜਰੀ ਨੇ ਉਹਨੂੰ ਫਿਰ ਦੌੜਨ ਤੋਂ ਰੋਕ ਦਿੱਤਾ। ਮਤਲਬ ਸੱਟ ਲੱਗ ਗਈ ਤੇ ਉਹ ਦੌੜ ਨਹੀਂ ਸਕਦਾ। ਉਹ ਲੇਖਕ ਆ ਹੁਣ, ਤੇ ਉਹਨੂੰ 2 ਹਾਰਟ ਅਟੈਕ ਹੋ ਚੁੱਕੇ ਆ 2020 ਦੇ ਵਿੱਚ, ਤੇ ਉਹਨੇ ਥੋੜ੍ਹੀ ਜਿਹੀ ਉਹਦੀ ਜਰਨੀ ਨੂੰ ਡਿਲੇ ਵੀ ਕਰ ਦਿੱਤਾ, ਪਰ ਉਹਦਾ ਇਹ ਤੁਰਨਾ ਰੁਕਿਆ ਨਹੀਂ। ਉਹਨੇ ਮੈਨੂੰ ਦੱਸਿਆ ਕਿ ਜਿਹੜੀ ਉਹ ਕਹਿੰਦਾ ਮੈਨੂੰ ਉਹਨਾਂ ਨੇ ਇਹ ਦੱਸਿਆ ਕਿ ਤੁਰਨਾ ਜਿਹੜਾ ਇੱਕ ਚੰਗੀ ਗੱਲ ਆ, ਤੇ ਮੈਂ ਉਹ ਕਹਿੰਦਾ ਜੀਂਦੇ ਰਹਿਣ ਦੇ ਲਈ ਇਹ ਮੈਨੂੰ ਕਰਨਾ ਪਊਗਾ। ਤੇ ਮੈਨੂੰ ਕਹਿੰਦਾ ਲੱਗਦਾ ਇਸ ਤੋਂ ਬਾਅਦ ਮੋਟੀਵੇਟਰ ਕੋਈ ਹੋ ਨਹੀਂ ਸਕਦਾ ਜਿਹੜਾ ਵੀ ਮੈਂ ਤੁਰਾਂ। ਇਹ ਬੜਾ ਇੱਕ ਰਿਵਾਜ ਆ ਇੱਥੇ, ਕਹਿ ਲਓ ਲੋਕ ਇੱਦਾਂ ਕਰ ਰਹੇ ਆ ਹੁਣ। ਜਿਹੜਾ ਘਰਾਂ ਦੇ ਅੰਦਰ ਦਾ ਸਿਸਟਮ ਆ ਸਾਡਾ ਕਿ ਸਾਰਾ ਦਿਨ ਇਨਡੋਰ ਥਾਵਾਂ ਦੇ ਵਿੱਚ ਰਹਿਣਾ, ਇਹਦੇ ਨਾਲ ਬਿਮਾਰੀਆਂ ਦਾ ਘਰ ਦੱਸਿਆ ਜਾ ਰਿਹਾ। ਇਮਿਊਨਿਟੀ ਲੋਕਾਂ ਦੀ ਕਿੱਦਾਂ ਵੱਧਦੀ ਆ, ਜਿੰਨਾ ਉਹ ਬਾਹਰ ਨੇਚਰ ਦੇ ਵਿੱਚ ਫਿਰਦੇ ਆ ਉਨੀ ਇਮਿਊਨਿਟੀ ਸਟਰੋਂਗ ਹੁੰਦੀ ਆ ਤੇ ਉਨੀਆਂ ਬਿਮਾਰੀਆਂ ਘਟਦੀਆਂ। ਤੁਹਾਨੂੰ ਯਾਦ ਹੋਊਗਾ ਥੋੜ੍ਹਾ ਚਿਰ ਪਹਿਲਾਂ ਆਪਾਂ ਸਸਕਾਚਵਿਨ ਦੇ ਵਿੱਚ ਖਬਰ ਸਾਂਝੀ ਕੀਤੀ ਸੀ, ਰਜਾਈਨਾ ਦੀ ਸੀ ਉਹ, ਕਿ ਉਹ ਜੋੜਾ 2 ਉਹਨਾਂ ਦੇ ਨਿਆਣੇ ਆ, ਉਹਨਾਂ ਨੇ ਇਹ ਫੈਸਲਾ ਕੀਤਾ ਆ 4 ਜਣਿਆਂ ਨੇ ਕਿ ਅਸੀਂ 1000 ਘੰਟਾ ਸਾਲ ਦੇ ਵਿੱਚ ਘਰ ਤੋਂ ਬਾਹਰ ਰਹਿਣਾ। ਮਤਲਬ 3 ਘੰਟੇ ਰੋਜ਼, ਚਾਹੇ ਪਾਰਕ 'ਚ ਜਾਓ, ਚਾਹੇ ਗਰਾਊਂਡ 'ਚ ਜਾਓ, ਚਾਹੇ ਤੁਸੀਂ ਪਲੇਗਰਾਊਂਡ 'ਚ ਜਾਓ, ਚਾਹੇ ਤੁਸੀਂ ਗਲੀਆਂ ਦੇ ਵਿੱਚ ਸਟਰੀਟਸ ਦੇ ਉੱਤੇ ਘੁੰਮੋ, ਜੋ ਮਰਜ਼ੀ ਕਰੋ। 3 ਘੰਟੇ ਰੋਜ਼ ਤੁਸੀਂ ਐਵਰੇਜ ਬਾਹਰ ਰਹਿਣਾ। ਤੇ ਨਿਆਣਿਆਂ ਨੂੰ ਆਪਣੇ ਨੂੰ, ਉਹਨਾਂ ਦਾ ਇੱਕ ਸਾਲ ਦਾ ਬੱਚਾ ਸੀ, 3 ਸਾਲ ਦਾ ਬੱਚਾ ਸੀ ਮਾਫੀ ਚਾਹੁੰਦੇ, ਤੇ ਜਦੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਉਹ 100 ਘੰਟਾ ਪਿਛਲੇ ਸਾਲ ਪਿੱਛੇ ਰਹਿ ਗਿਆ ਸੀ। ਇਸੇ ਤਰ੍ਹਾਂ ਹੀ ਇਹ ਕੈਲਗਰੀ ਦਾ ਬੰਦਾ ਆ। ਉਹ ਕਹਿੰਦਾ ਮੈਂ ਕੈਲਗਰੀ ਦੀ ਆਪਣੇ ਜੀਂਦੇ ਜੀ ਸਾਰੀਆਂ ਜਿੰਨੀਆਂ ਸੜਕਾਂ ਇਹ ਘੁੰਮ ਕੇ ਦੇਖਣੀਆਂ। ਤੇ ਮਤਲਬ ਬੜਾ ਸਿੱਧਾ ਆ, ਜਿੰਨੀ ਉਹ ਕਹਿੰਦਾ ਬਿਊਟੀਫੁਲ ਸੀਨਰੀ, ਜਿੰਨਾ ਬਿਊਟੀਫੁਲ ਵਿਊ ਮਾਊਂਟੇਨਸ ਦਾ ਤੇ ਦਰਿਆਵਾਂ ਦਾ, ਪਾਰਕਾਂ ਦਾ, ਵਾਈਲਡ ਲਾਈਫ ਦਾ, ਮਤਲਬ ਨੋਜ਼ ਹਿੱਲ ਦਾ ਵਿਊ ਆ, ਸਾਰੀਆਂ ਡਿਫਰੈਂਟ ਡਾਇਰੈਕਸ਼ਨ ਤੋਂ ਕਹਿੰਦਾ ਦੇਖਣ ਨੂੰ ਮਿਲਦਾ ਵੀ ਇਹ ਨਜ਼ਾਰਾ ਹੀ ਵੱਖਰਾ ਆ। ਅੰਦਰ ਬੈਠ ਕੇ ਬੰਦੇ ਨੂੰ ਨਹੀਂ ਪਤਾ ਲੱਗ ਸਕਦਾ। ਤੇ ਇਹਦੇ ਨਾਲ ਤੁਸੀਂ ਮਤਲਬ ਸਿਹਤਮੰਦ ਵੀ ਹੋ ਰਹੇ ਹੋ ਤੇ ਤੁਹਾਡੀ ਸਿਹਤ ਵੀ ਸਹੀ ਹੋ ਰਹੀ ਹੈ, ਤੁਸੀਂ ਜੀ ਵੀ ਵਧੀਆ ਰਹੇ। ਸੋ ਇਹ ਦਰਿਆ, ਪਹਾੜ ਤੇ ਇਹ ਕੁਦਰਤ ਦੇ ਨਜ਼ਾਰਿਆਂ ਨੂੰ ਦੇਖਣ ਦੇ ਲਈ ਇਹ ਬੰਦਾ ਤੁਰ ਰਿਹਾ। ਤੇ ਜਿਹੜਾ ਇਹਦੀ ਵਾਈਫ ਆ ਲੇਨਾ ਸ਼ੁਫੇ, 30 ਸਾਲ ਜਿਹੜੀ ਉਹ ਦੱਸਦੇ ਆ ਕਿ ਪਹਿਲਾਂ ਉਹ ਜਿਹੜੀ ਇਹਦੇ ਲਈ ਰੋਲ ਪਲੇ ਕਰਦੀ ਸੀਗੀ ਤੇ ਹੁਣ ਉਹਨੂੰ ਮਤਲਬ ਇਹਦੇ ਵਿੱਚ ਉਹ ਇਕੱਲਾ ਹੀ ਤੁਰ ਰਿਹਾ ਆ। ਤੇ ਇਸ ਗੱਲ ਦਾ ਉਹ ਕਹਿੰਦਾ ਵੀ ਮੈਨੂੰ ਉਹਦੀ ਵਾਈਫ ਵੀ ਕਹਿ ਰਹੀ ਕਿ ਮੈਨੂੰ ਮਾਣ ਆ ਇਸ ਗੱਲ ਦਾ ਕਿ
ਜਿਹੜਾ ਵੀ ਸਾਡੇ ਪਰਿਵਾਰ ਦੇ ਲਈ ਮਾਣ ਵਾਲਾ ਕੋਈ ਕੰਮ ਕਰ ਰਿਹਾ। ਸ਼ਾਇਦ ਇਹ ਵੱਖਰਾ ਵੀ ਕੰਮ ਹੋਊਗਾ। 3 ਇਹਨਾਂ ਦੇ ਬੱਚੇ ਆ, ਉਹਨਾਂ ਦੇ ਦੋਸਤ ਆ, ਤੇ ਉਹ ਜਦੋਂ ਹੁਣ ਉਹਨਾਂ ਦੇ ਨਿਆਣਿਆਂ ਦੇ ਵੀ ਦੋਸਤ ਉਹਨਾਂ ਨਿਆਣਿਆਂ ਨੂੰ ਕਹਿੰਦੇ ਆ ਕਿ ਜਿਹੜਾ ਵੀ ਤੇਰਾ ਸੁਪਰ ਕੂਲੈਸਟ ਡੈਡ ਐਵਰ, ਉਹਦੇ ਡੈਡੀ ਨੂੰ ਜਦੋਂ ਇਹ ਕਹਿੰਦੇ ਆ ਤਾਂ ਉਹਨੂੰ ਵੀ ਮਾਣ ਮਹਿਸੂਸ ਹੁੰਦਾ, ਉਹਨਾਂ ਦੇ ਨਿਆਣਿਆਂ ਨੂੰ ਵੀ ਮਾਣ ਮਹਿਸੂਸ ਹੁੰਦਾ ਆ। ਅਤੇ ਉਹ ਕਹਿੰਦਾ ਵੀ ਮੈਂ ਇਹ 17th ਐਵਨਿਊ ਦੇ ਉੱਤੇ ਜਾ ਕੇ ਮੈਪ 'ਤੇ ਇਹ ਫਿਨਿਸ਼ ਕਰਨਾ ਚਾਹੁੰਦਾ। ਅਤੇ ਉੱਥੇ ਉਹ ਕਹਿੰਦਾ ਵੀ ਉਸ ਰੈਸਟੋਰੈਂਟ ਦੇ ਉੱਤੇ ਪਿੰਟ ਆਫ ਬੀਅਰ ਦੇ ਨਾਲ ਮੈਂ ਇਹ ਸੈਲੀਬ੍ਰੇਸ਼ਨ ਕਰਨੀ ਚਾਹੁੰਦਾ, ਉੱਥੇ ਖ਼ਤਮ ਕਰਨਾ ਚਾਹੁੰਦਾ। ਸਾਰੀਆਂ ਸਟਰੀਟਸ ਉਹਨੇ ਐਕਸਪਲੋਰ ਕੀਤੀਆਂ, ਅਤੇ ਜਦੋਂ ਮਤਲਬ ਉਹਦਾ ਮੈਪ ਜਿਹੜਾ ਹੱਥ 'ਚ ਲਿਆ ਆ ਉਹਨੇ, ਉਹ ਜਿਹੜਾ ਬਣਿਆ ਸੀ ਉਸ ਤੋਂ ਬਾਅਦ ਵੀ ਉਹਨੇ ਇਹਨੂੰ ਮੈਪ ਨੂੰ ਮਤਲਬ ਅਪਡੇਟ ਕਰੀ ਗਿਆ, ਅਤੇ ਉਹ ਹਜੇ ਵੀ ਉਹਨਾਂ ਗਲੀਆਂ ਦੇ ਉੱਤੇ ਉਸੇ ਤਰ੍ਹਾਂ ਘੁੰਮ ਰਿਹਾ। ਸਿਹਤ ਵੀ ਠੀਕ ਆ, ਫਾਇਦਾ ਵੀ ਆ, ਨਵਾਂ ਮੋਟੀਵੇਸ਼ਨ ਵੀ ਮਿਲਦੀ ਆ, ਅਤੇ ਜਿਹੜਾ ਇੱਕ ਵੱਖਰਾ ਕੰਮ ਕਰਨ ਦਾ ਮੌਕਾ ਵੀ ਮਿਲ ਰਿਹਾ। ਅਲਬਰਟਾ ਤੋਂ ਅੱਗੇ ਚੱਲਦੇ ਹਾਂ ਆਪਾਂ ਮੈਨੀਟੋਬਾ ਵੱਲ। ਮੈਨੀਟੋਬਾ ਦੇ ਵਿੱਚ ਇਸ ਵੇਲੇ ਠੰਡ ਬਹੁਤ ਜ਼ਿਆਦਾ ਪੈ ਰਹੀ ਆ। ਵਿਨੀਪੈਗ ਅਤੇ ਇਹਦੇ ਆਲੇ ਦੁਆਲੇ ਠੰਡ ਮਾਈਨਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਮਤਲਬ ਲੋਕਾਂ ਦਾ ਜੀਣਾ ਮੁਸ਼ਕਿਲ ਹੋਇਆ ਪਿਆ। ਵੈਦਰ ਅਲਰਟਸ ਨੇ ਉੱਥੇ ਜਿਹੜੇ ਪ੍ਰੋਵਿੰਸ ਦੇ ਵਿੱਚ ਜਿਹੜੇ ਰੈੱਡ ਕੀਤੇ ਆ, ਚਰਚਿਲ ਪਾਸਟ ਅਤੇ ਬਾਕੀ ਥਾਵਾਂ ਦੇ ਉੱਤੇ ਟੈਂਪਰੇਚਰ -30 ਤੋਂ ਲੈ ਕੇ -35 ਡਿਗਰੀ ਤੱਕ, ਅਤੇ 20 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਹਵਾਵਾਂ, ਅਤੇ ਇੰਨੀ ਕੁ ਵਿੰਡ ਚਿੱਲ ਉੱਥੇ ਬਣੀ ਆ ਕਿ -40 ਤੋਂ ਲੈ ਕੇ -45 ਡਿਗਰੀ ਤੱਕ ਅੱਜ ਟੈਂਪਰੇਚਰ ਉੱਥੇ ਰਿਹਾ, ਜਿਹੜੀ ਵੈਦਰ ਏਜੰਸੀ ਇਹ ਦੱਸ ਰਹੀ ਹੈ। ਜਿੰਨੀਆਂ ਠੰਡੀਆਂ ਹਵਾਵਾਂ ਇੱਥੇ ਇਸ ਵੇਲੇ ਚੱਲ ਰਹੀਆਂ ਆ, ਉਹਦੇ ਨਾਲ ਦੁਬਾਰਾ ਫਿਰ ਮੁੜ ਕੇ ਮਤਲਬ ਆਹ ਕੱਲ੍ਹ ਰਾਤ ਮੰਗਲਵਾਰ ਰਾਤ ਤੱਕ ਜਿੱਦਾਂ ਦਾ ਪਹਿਲਾਂ ਦਾ ਫਰੀਜ਼ਿੰਗ ਟੈਂਪਰੇਚਰ ਸੀ ਉੱਥੇ ਤੱਕ ਜਿਹੜਾ ਜਾ ਰਿਹਾ। ਹੁਣ ਇਹਦੇ ਨਾਲ ਸਮੱਸਿਆ ਆ ਰਹੀ ਉਹਨਾਂ ਲੋਕਾਂ ਨੂੰ ਜਿਹੜੇ ਬੇਘਰੇ ਆ, ਹੋਮਲੈਸ ਨੇ, ਉਹ ਕਿੱਥੇ ਜਾਣ? ਤੁਸੀਂ ਮਤਲਬ ਕਿਸੇ ਚੀਜ਼ ਥਾਂ 'ਚੋਂ ਬਾਹਰ ਨਿਕਲੇ ਨਹੀਂ ਤਾਂ ਤੁਸੀਂ ਜੰਮੇ ਨਹੀਂ। ਤੁਹਾਨੂੰ ਯਾਦ ਹੋਊਗਾ ਜਿਹੜੀ ਖਬਰ ਵੀ ਆ ਦਸੰਬਰ ਦੇ ਵਿੱਚ ਸਾਹਮਣੇ ਆਈ ਸੀ ਕਿ ਉਹ ਜਿਹੜਾ ਬੱਸ ਸ਼ੈਲਟਰ ਸੀਗੀ ਉਹਦੇ ਉੱਤੇ ਪਈ ਔਰਤ ਦੀ ਮੌਤ ਹੋ ਗਈ ਸੀ, ਠੰਡ ਨਾਲ ਹੀ ਜੰਮ ਗਈ ਸੀ, ਅਤੇ ਫਿਰ ਉਹਨੂੰ ਲੈ ਕੇ ਗਏ ਸੀ। ਵਿਨੀਪੈਗ ਦਾ ਇੱਕ ਵਿਅਕਤੀ ਉਹ ਵੀ ਆਪਣੀ ਕਹਾਣੀ ਦੱਸ ਰਿਹਾ ਕਿ ਠੰਡ ਬਹੁਤ ਜ਼ਿਆਦਾ ਸੀ। ਆ ਵੀਕਐਂਡ ਦੇ ਉੱਤੇ ਅਤੇ ਉਹਦੇ ਮਤਲਬ ਪੈਰਾਂ ਦੇ ਉੱਤੇ ਜਿਹੜੀ ਉਹ ਬਿਮਾਰੀ ਹੁੰਦੀ ਫਰੋਸਟ ਬਾਈਟ, ਉਹਦੇ ਦੋਵੇਂ ਪੈਰਾਂ ਦੇ ਉੱਤੇ ਹੋ ਗਏ ਆ ਠੰਡ ਦੇ ਨਾਲ। ਅਤੇ ਨਾ ਉਹਨੇ ਆਪਣਾ ਦੱਸਿਆ ਨਹੀਂ ਇਸ ਗੱਲ ਕਰਕੇ ਵੀ ਆਪਣੇ ਪ੍ਰਾਈਵੇਸੀ ਰੀਜ਼ਨਸ ਕਰਕੇ। ਅਤੇ ਉਹ ਕਹਿੰਦਾ ਫਰਾਈਡੇ ਨਾਈਟ ਮੈਂ ਉੱਥੇ ਗਿਆ ਸੀ ਵੀ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਦੇ ਲਈ ਗਿਆ। ਹੁਣ ਹਸਪਤਾਲ ਵਾਲਿਆਂ ਨੇ ਇਲਾਜ ਕਰ ਦਿੱਤਾ, ਇਲਾਜ ਕਰਕੇ ਅਤੇ 1 ਰਾਤ ਤੋਂ ਬਾਅਦ ਉਹਨੂੰ ਫਿਰ ਬਾਹਰ ਕੱਢ ਦਿੱਤਾ, ਅਤੇ ਉਹ ਜਾਵੇ ਕਿੱਥੇ? ਉਹ ਆਪਣੀ ਗੱਲ ਦੱਸਦਾ, ਕਹਿੰਦਾ ਨਸ਼ਾ ਕਰਦਾ ਸੀ, ਥੋੜ੍ਹਾ ਬਹੁਤਾ ਮੈਥ ਉਹ ਲੈਂਦਾ ਸੀ, ਉਹਦੇ ਨਾਲ ਸਾਈਕੋਸਿਸ ਹੋ ਗਿਆ, ਅਤੇ ਉਹ ਇੱਕ ਮਤਲਬ ਉੱਥੇ ਬੈਠਾ ਰਿਹਾ ਉਸ ਕਈ ਘੰਟੇ ਇੱਕ ਥਾਂ ਦੇ ਉੱਤੇ, ਪੈਰਾਂ ਦੇ ਉੱਤੇ ਦੋਵਾਂ ਦੇ ਉੱਤੇ ਮਤਲਬ ਦਰਦ ਕਰਨ ਲੱਗ ਪਏ। ਅਤੇ ਫਿਰ ਉਹਦੇ ਤੋਂ ਬਾਅਦ ਉਹ ਹੋਮਲੈਸ ਆ ਨਵੰਬਰ ਤੋਂ ਲੈ ਕੇ ਹੁਣ ਤੱਕ, ਅਤੇ ਹੌਸਪੀਟਲ ਦੇ ਵਿੱਚ ਚਲੇ ਗਿਆ। ਅਤੇ ਬਹੁਤ ਕਹਿੰਦਾ ਬੈਡ ਸ਼ੇਪ ਸੀ ਮੇਰੇ ਪੈਰਾਂ ਦੀ, ਜਿੰਨਾ ਚਿਰ ਮੈਂ ਉੱਥੇ ਤੁਰਦਾ ਹਾਂ ਠੰਡ ਦੇ ਵਿੱਚ। ਹੋਮਲੈਸ ਕੀ ਕਰਦੇ, ਬਾਹਰ ਹੀ ਤੁਰੇ ਫਿਰਦੇ ਆ, ਅਤੇ ਉੱਥੇ ਕੋਈ ਵੀ ਥਾਂ ਇੱਦਾਂ ਦੀ ਨਹੀਂ ਜਿੱਥੇ ਜਾਇਆ ਜਾ ਸਕੇ ਵੀ ਕੋਈ ਵਿਅਕਤੀ ਜਿਹੜਾ ਘੱਟੋ ਘੱਟ ਉੱਥੇ ਉਹਨੂੰ ਗਰਮ ਜਿਹੜਾ ਵਾਤਾਵਰਨ ਆ ਉਹ ਮਿਲ ਸਕੇ। ਸ਼ੁੱਕਰਵਾਰ ਰਾਤ ਨੂੰ ਦੱਸਦਾ, ਕਹਿੰਦਾ ਕਈ ਕਿਲੋਮੀਟਰ ਤੁਰਨ ਤੋਂ ਬਾਅਦ ਉਹ ਡਿਸਟ੍ਰਿਕਟ ਬ੍ਰਿਜ ਦੇ ਉੱਤੇ ਜਿਹੜਾ ਸੇਂਟ ਬੋਨੀਫੇਸ ਹੌਸਪੀਟਲ ਆ ਉੱਥੇ ਚਲਿਆ ਗਿਆ, ਅਤੇ ਉੱਥੇ ਉਹਦਾ ਇਲਾਜ ਕੀਤਾ ਗਿਆ, ਅਤੇ ਹਸਪਤਾਲ ਤੋਂ ਬਾਅਦ 1 ਰਾਤ ਤੋਂ ਬਾਅਦ ਉਹ ਕਹਿੰਦਾ ਮੈਨੂੰ ਡਿਸਚਾਰਜ ਕਰ ਦਿੱਤਾ, ਅਤੇ ਹੁਣ ਮੈਂ ਕਿੱਥੇ ਜਾਵਾਂ? ਡਾਕਟਰ ਕਹਿੰਦਾ ਜਿਹੜਾ ਸਾਰੀ ਰਾਤ ਉਹਦੇ ਉੱਤੇ ਕੰਮ ਕਰਦਾ ਰਿਹਾ, ਉਹਨੇ ਉਹਦੇ ਉੱਤੇ ਦੱਸਿਆ ਵੀ ਉਹ ਕਹਿੰਦਾ ਤੈਨੂੰ ਹਸਪਤਾਲ ਦੇ ਵਿੱਚ ਕੁਛ ਦਿਨ ਰਹਿਣਾ ਪਊਗਾ, ਅਤੇ ਨਹੀਂ ਤਾਂ ਜਿਹੜਾ ਇਹ ਬਿਮਾਰੀ ਤੇਰੇ ਪੈਰਾਂ ਦੇ ਉੱਤੇ ਹੋਈ ਹੈ ਇਹ ਜ਼ਿਆਦਾ ਗੰਭੀਰ ਹੋ ਸਕਦੀ, ਵੀ ਤੂੰ ਇੱਥੇ ਰਹਿ, ਲੰਬਾ ਸਮਾਂ ਤੈਨੂੰ ਰਹਿਣਾ ਪਊਗਾ। ਪਰ ਉਹ ਕਹਿੰਦਾ ਜਿਹੜਾ ਡਾਕਟਰ ਦਿਨ ਵਾਲੀ ਸ਼ਿਫਟ 'ਤੇ ਆਇਆ ਉਹਨੇ ਵੱਖਰੀ ਅਸੈਸਮੈਂਟ ਕੀਤੀ, ਅਤੇ ਉਹ ਕਹਿੰਦਾ ਵੀ ਤੈਨੂੰ ਛੁੱਟੀ ਦੇ ਦੇਣੀ ਆ। ਅਤੇ ਉਹ ਸ਼ਨੀਵਾਰ ਸਵੇਰੇ ਹਸਪਤਾਲ ਤੋਂ ਬਾਹਰ ਸੀ ਅਤੇ ਸਟਰੀਟਸ ਦੇ ਉੱਤੇ ਤੁਰ ਰਿਹਾ ਸੀ। ਹੁਣ ਉਹ ਪੈਰਾਂ ਦੇ ਉੱਤੇ ਠੰਡ ਨਾਲ ਹੋਈ ਬਿਮਾਰੀ, ਅਤੇ ਗਾਂਹ ਗਰਮ ਜਿਹੜੀ ਵਾਰਮ ਜਗ੍ਹਾ ਕੋਈ ਨਹੀਂ ਆ। ਜਿਹੜੀ ਇੱਕ ਵਾਰਮਿੰਗ ਸ਼ੈਲਟਰ ਆ 604 ਸਟਰੀਟ ਦੇ ਉੱਤੇ, 604 ਸਟਰੀਟ ਮੈਰੀ ਰੋਡ ਦੇ ਉੱਤੇ, ਉਹ ਕਹਿੰਦਾ ਦੀ ਕਪੈਸਿਟੀ 20 ਦੀ ਆ, ਉਹ ਫੁੱਲ ਹੋ ਗਈ। ਜਿਹੜੀ ਉਹ ਔਰਤ ਦੀ ਮੌਤ ਹੋਈ ਸੀ ਬੱਸ ਸ਼ੈਲਟਰ ਦੇ ਉੱਤੇ, ਉਹਦੀ ਮੌਤ ਤੋਂ ਬਾਅਦ ਇਹ ਖੋਲ੍ਹਿਆ ਗਿਆ ਸੀ। ਹੁਣ 20 ਜਣੇ ਉੱਥੇ ਸਿਰਫ ਰਹਿ ਸਕਦੇ ਆ। ਸੇਂਟ ਵਾਈਟਲ ਸ਼ੈਲਟਰ ਦੇ ਵਿੱਚ ਉਹ ਖੁੱਲ੍ਹਦੀ ਆ, ਉਹ ਮਤਲਬ ਜਦੋਂ ਲੋੜ ਹੁੰਦੀ ਆ ਉਸੇ ਵੇਲੇ, ਜਦੋਂ ਟੈਂਪਰੇਚਰ ਬਹੁਤ ਥੱਲੇ ਚਲਿਆ ਜਾਂਦਾ। ਸਭ ਤੋਂ ਠੰਡੀਆਂ ਰਾਤਾਂ ਜਦੋਂ ਤੁਹਾਨੂੰ ਰਹਿਣ ਦੇ ਲਈ ਉੱਥੇ ਸ਼ੈਲਟਰ ਨਾ ਲੱਭੇ ਅਤੇ ਇੱਕ ਵਾਤਾਵਰਨ ਜ਼ਿਆਦਾ ਖਰਾਬ ਹੋਵੇ, ਇਹ ਮੈਨੀਟੋਬਾ ਦੇ ਬਹੁਤ ਸਾਰੇ ਹਿੱਸਿਆਂ ਦੀ ਪ੍ਰੋਬਲਮ ਆ। ਅਤੇ ਜੇ ਤੁਸੀਂ ਉੱਥੇ ਦਿਨ ਖੜ੍ਹੇ ਨਾ ਉਸ ਸ਼ੈਲਟਰ ਦੇ ਵਿੱਚ ਜਾਓ, ਅਤੇ ਫਿਰ ਉਹ ਬੰਦ ਕਰ ਲੈਂਦੇ ਆ।
ਸੋ ਜਾਂ ਤੇ ਨਾ ਜਿਹੜੇ ਬੇਘਰ ਹੈ ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ, ਤੇ ਜਾਂ ਇਹਨਾਂ ਲਈ ਘੱਟੋ ਘੱਟ ਇੱਦਾਂ ਦੇ ਅੱਤ ਦੇ ਠੰਡੇ ਮੌਸਮ ਦੇ ਵਿੱਚ ਥੋੜ੍ਹੇ ਬਹੁਤੇ ਮੌਕੇ ਹੋਰ ਰੱਖਣੇ ਚਾਹੀਦੇ ਆ। ਕੁਛ ਇੱਦਾਂ ਦੀਆਂ ਓਪਰਚੁਨਿਟੀਜ਼ ਜਿਹੜੀਆਂ ਜ਼ਿਆਦਾ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਇਹ ਆਪਣਾ ਠੰਡ ਤੋਂ ਬਚਾਅ ਕਰ ਸਕਣ। ਮੈਨੀਟੋਬਾ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਗੱਲਬਾਤ ਕਰਦੇ ਹਾਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਜਿਹੜੀ ਗੱਲਬਾਤ ਸਾਹਮਣੇ ਆਈ ਆ ਕਿ ਜਿਹੜੇ ਡਾਕਟਰ ਆ ਉਹ ਕਾਗਜ਼ਾਂ ਦੇ ਹਿਸਾਬ ਕਿਤਾਬ ਦੇ ਵਿੱਚ ਜ਼ਿਆਦਾ ਟਾਈਮ ਲਾਉਂਦੇ ਆ, ਪੇਸ਼ੈਂਟ ਦੇ ਉੱਤੇ ਘੱਟ ਟਾਈਮ ਲਾਉਂਦੇ ਆ। ਨੈਸ਼ਨਲ ਬਿਜ਼ਨਸ ਗਰੁੱਪ ਨੇ ਇੱਕ ਰਿਸਰਚ ਕੀਤੀ ਆ ਤੇ ਉਹਦੇ ਵਿੱਚੋਂ ਇਹ ਕੁਝ ਨਤੀਜੇ ਸਾਹਮਣੇ ਆਏ ਆ। ਡਾਕਟਰਾਂ ਦੀ ਘਾਟ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, 10 ਲੱਖ ਬੰਦਾ ਉਹਨਾਂ ਕੋਲ ਫੈਮਿਲੀ ਡਾਕਟਰ ਹੈ ਨਹੀਂ। ਸਰਕਾਰ ਹਰ ਯਤਨ ਕਰ ਰਹੀ ਆ, ਨਵੇਂ ਪ੍ਰੀਮੀਅਰ ਡੇਵਿਡ ਈ ਵੀ ਕਈ ਪ੍ਰੋਜੈਕਟਸ ਦੇ ਉੱਤੇ ਕੰਮ ਕਰ ਰਹੇ ਆ ਤੇ ਜਿਹਦੇ ਨਾਲ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਠਾਕ ਹੋ ਜਾਊਗਾ। ਹੁਣ ਡਾਕਟਰਾਂ ਦੀ ਸਮੱਸਿਆ ਆਪਣੀ ਆ, ਉਹ ਕਹਿੰਦੇ ਸਾਨੂੰ ਮਰੀਜ਼ ਦੇਖਣਾ ਇੱਕ ਕੰਮ ਆ, ਬਿਜ਼ਨਸ ਚਲਾਉਣਾ ਇੱਕ ਕੰਮ ਆ। ਪਹਿਲਾਂ ਥਾਂ ਲੈਣੀ, ਰੈਂਟ ਕਰਨੀ, ਫਿਰ ਅਕਾਊਂਟੈਂਟ ਤੇ ਉਹ ਫਿਰ ਜਿਹੜੇ ਉੱਥੇ ਸਟਾਫ ਰੱਖਣਾ, ਫਿਰ ਉਹ ਹਿਸਾਬ ਕਿਤਾਬ ਰੱਖਣਾ, ਵੀ ਉਹ ਜ਼ਿਆਦਾ ਕੰਮ ਆ। ਜਿਹੜੀ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ CFIB ਨੇ ਰਿਸਰਚ ਕੀਤੀ, ਇੱਕ ਲੌਬੀ ਗਰੁੱਪ ਆ ਜਿਹੜਾ ਰਿਸਰਚ ਕਰਦਾ, ਉਹ ਇਹ ਦੱਸ ਰਹੀ ਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰ 2.6 ਮਿਲੀਅਨ ਆਵਰਸ ਪਰ ਈਅਰ ਅਨਨੈਸੈਸਰੀ ਐਡਮਿਨਿਸਟ੍ਰੇਟਿਵ ਡਿਊਟੀਜ਼, ਇਹ ਸ਼ਬਦ ਉਹਨਾਂ ਨੇ ਵਰਤਿਆ ਆ ਕਿ ਬੇਲੋੜੇ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ 2.6 ਮਿਲੀਅਨ ਆਵਰਸ ਅ ਈਅਰ ਲਾ ਦਿੰਦੇ। ਭਾਵ ਪੇਪਰ ਵਰਕ ਜਿਹੜਾ ਰੈਡ ਟੇਪ ਆ, ਰੈਡ ਟੇਪਿਜ਼ਮ ਜਿਹੜੀ ਲਾਲ ਫੀਤਾਸ਼ਾਹੀ ਹੈ ਜਿਹੜਾ ਆਮ ਤੌਰ 'ਤੇ ਇਹ ਖਤਮ ਕਰਦੇ ਹੁੰਦੇ ਆ, ਉਹ ਸਾਰਿਆਂ ਦੇ ਲਈ ਦੁਖਦਾਈ ਆ। ਤੇ ਜੇ ਘੱਟੋ ਘੱਟ ਇਹੀ ਇਹਨਾਂ ਦਾ ਘਟਾ ਦਿੱਤਾ ਜਾਵੇ ਤੇ ਮਰੀਜ਼ ਜ਼ਿਆਦਾ ਦੇਖ ਲੈਣਗੇ। ਜੇ ਜ਼ਿਆਦਾ ਮਰੀਜ਼ ਦੇਖ ਲੈਣਗੇ ਤਾਂ ਜਿਹੜੀ ਸਮੱਸਿਆ ਆ ਉਹ ਕਿਤੇ ਨਾ ਕਿਤੇ ਹੱਲ ਹੋ ਸਕਦੀ ਆ। ਹੁਣ ਇਹ ਹੈਲਥ ਕੇਅਰ ਸਿਸਟਮ ਦੇ ਉੱਤੇ ਜਿਹੜਾ ਸਵਾਲ ਆ, ਜਿਹੜੀ ਰੈਡ ਟੇਪਿਜ਼ਮ ਆ, ਇਹ ਬਹੁਤ ਰੈਡ ਟੇਪਿਜ਼ਮ ਵੀ ਜਿਹੜੀ ਜਿਹਨੂੰ ਲਾਲ ਫੀਤਾਸ਼ਾਹੀ ਕਹਿੰਦੇ, ਜਾਂ ਦੂਜੇ ਸ਼ਬਦਾਂ ਦੇ ਵਿੱਚ ਵੀ ਜਿੱਦਾਂ ਜਿਹੜੀਆਂ ਉਹ ਫਾਈਲ ਆ ਇੱਕ ਕਲਰਕ ਕੋਲ ਚਲੇ ਗਈ, ਫਿਰ ਦੂਜੇ ਬੰਦੇ ਕੋਲ ਚਲੇ ਗਈ, ਉਹਨੇ ਰੋਕ ਲਿਆ, ਉਹਨੇ ਓਬਜੈਕਸ਼ਨ ਲਾ ਦਿੱਤਾ, ਤੀਜੇ ਕੋਲ ਚਲੇ ਗਈ, ਉਹਨੇ ਆਪਣਾ ਹਿਸਾਬ ਕੀਤਾ, ਉਹ ਫਾਈਲਾਂ ਨੂੰ ਪੂਰਾ ਕਰਦੇ ਹੀ ਟਾਈਮ ਲੱਗ ਜਾਂਦਾ, ਅਸਲੀ ਕੰਮ ਵਿੱਚ ਹੀ ਰਹਿ ਜਾਂਦਾ। ਇਹ ਰੈਡ ਟੇਪਿਜ਼ਮ ਹਾਊਸਿੰਗ ਅਫੋਰਡੇਬਿਲਟੀ ਵਿੱਚ ਵੀ ਇੱਕ ਦਿੱਕਤ ਆਉਂਦੀ ਹੈ ਤੇ ਹੁਣ ਡਾਕਟਰਾਂ ਦੇ ਵਿੱਚ ਵੀ ਆ ਰਹੀ ਹੈ ਕਿ ਉਹ ਕਾਗਜ਼ੀ ਕਾਰਵਾਈ ਜ਼ਿਆਦਾ ਕਰਨੀ ਪੈ ਰਹੀ ਹੈ, ਕੰਮ ਘੱਟ ਹੋ ਰਿਹਾ। ਫੈਡਰੇਸ਼ਨ ਇਹ ਕਹਿ ਰਹੀ ਆ ਕਿ ਜਿਹੜੀ ਅਪਰੋਕਸੀਮੇਟਲੀ 8 ਮਿਲੀਅਨ ਪੋਸੀਬਲ ਵਿਜ਼ਿਟਸ ਪੇਸ਼ੈਂਟ ਦੀਆਂ ਈਚ ਈਅਰ ਹੋ ਸਕਦੀਆਂ ਜੇ ਇਹ ਕੰਮ ਘਟਾ ਦਿੱਤਾ ਜਾਵੇ। ਪਰ ਹੁਣ ਉਹਨਾਂ ਨੇ ਦੇਖਣਾ ਵੀ ਇਹ ਕੰਮ ਕਿੱਦਾਂ ਘਟਾਉਣਾ ਜਾਏ, ਜੇ ਹੈਗਾ ਤੇ ਕਿਉਂ ਦਿੱਤਾ ਜਾ ਰਿਹਾ। ਕਿ ਜਿਹੜਾ ਪੇਸ਼ੈਂਟ ਬਿਫੋਰ ਪੇਪਰ ਵਰਕ, ਇਹਨਾਂ ਦੀ ਰਿਸਰਚ ਉਹਦਾ ਨਾਂ ਆ ਇਹ ਪੇਸ਼ੈਂਟਸ ਬਿਫੋਰ ਪੇਪਰ ਵਰਕ, ਇਹ ਕਹਿੰਦੀ ਆ ਮੈਡੀਕਲ ਐਸੋਸੀਏਸ਼ਨ ਪੂਰੇ ਦੇਸ਼ ਦੇ ਵਿੱਚ ਸਰਕਾਰ ਨੂੰ ਹਰ ਲੈਵਲ ਤੇ ਉੱਤੇ ਪੁਸ਼ ਕਰ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਲਾਲ ਫੀਤਾਸ਼ਾਹੀ ਡਾਕਟਰਾਂ ਦੇ ਵਿੱਚ ਘਟਾਈ ਜਾਵੇ। ਪਰ ਉਹ ਕਹਿੰਦੇ ਫਾਇਦਾ ਸਾਡਾ ਕੋਈ ਨਹੀਂ ਹੋ ਰਿਹਾ। ਕਈ ਸਾਲਾਂ ਤੋਂ ਅਸੀਂ ਸਰਕਾਰ ਨੂੰ ਇਹ ਮੁੱਦੇ ਦੇ ਉੱਤੇ ਧਿਆਨ ਦੇ ਰਹੇ ਹਾਂ ਤੇ ਇਹਦੇ ਉੱਤੇ ਕੋਈ ਵੀ ਅਸਰ ਨਹੀਂ ਹੋ ਰਿਹਾ ਤੇ ਸਮੱਸਿਆ ਉੱਥੇ ਦੀ ਉੱਥੇ ਖੜੀ ਹੈ। ਤੇ ਜਿਹੜੀ ਸਮੱਸਿਆ ਇਸ ਵੇਲੇ ਕਾਫੀ ਗੰਭੀਰ ਹੋ ਚੁੱਕੀ ਹੈ। ਮਤਲਬ ਇੱਕ ਟ੍ਰੇਨ ਜਿਹੜੀ ਬਹੁਤ ਸਾਲ ਪਹਿਲਾਂ ਤੁਰੀ ਸੀ ਉਹ ਇੱਥੇ ਆ ਕੇ ਰੁਕ ਗਈ ਹੈ ਤੇ ਹੁਣ ਇੱਕਦਮ ਲੋਕਾਂ ਦੇ ਸਾਹਮਣੇ ਵੱਡਾ ਸੰਕਟ ਪੈਦਾ ਹੋ ਗਿਆ ਵੀ ਡਾਕਟਰ ਹੈ ਨਹੀਂ, ਨਾ ontario ਦੇ ਵਿੱਚ ਤੇ ਨਾ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਜੇ ਇਹਨਾਂ ਦੀ ਗੱਲ ਸੁਣ ਕੇ ਥੋੜ੍ਹਾ ਬਹੁਤਾ ਇਹਨਾਂ ਦਾ ਕਾਗਜ਼ੀ ਕੰਮਕਾਰ ਡਾਕਟਰਾਂ ਦਾ ਘਟਾ ਦਿੱਤਾ ਜਾਵੇ, ਉਹ ਕਾਗਜ਼ੀ ਕੰਮਕਾਰ ਘਟਾ ਦਿੱਤਾ ਜਾਵੇ ਤੇ ਫਿਰ ਉਹੀ ਕੰਮਕਾਰ ਇਹ ਜਿਹੜਾ ਉਹੀ ਘੰਟੇ ਆ ਇਹਨਾਂ ਦੇ ਉੱਤੇ ਲਾ ਸਕਦੇ ਆ ਕਿ ਮਰੀਜ਼ਾਂ ਨੂੰ ਜ਼ਿਆਦਾ ਚੰਗੀ ਤਰ੍ਹਾਂ ਦੇਖ ਸਕਣ। ਬ੍ਰਿਟਿਸ਼ ਕੋਲੰਬੀਆ ਤੋਂ ontario ਵੱਲ ਚੱਲਦੇ ਹਾਂ। ontario ਦੇ ਵਿੱਚ ਜਿੱਦਾਂ ਕਿ ਪੂਰੇ ਕੈਨੇਡਾ ਦੇ ਵਿੱਚ ਜਿਹੜੀ ਟੈਕਸ ਫਾਈਲ ਕਰਨ ਦੀ ਡੈਡਲਾਈਨ ਹਜੇ ਕਈ ਮਹੀਨੇ ਹੈਗੇ ਆ ਉਹਦੇ ਵਿੱਚ, ਪਰ ਫਿਰ ਵੀ ontario ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੇ ਕੁਛ ਪਰਸਨਲ ਟੈਕਸ ਕ੍ਰੈਡਿਟਸ ਨੇ ਉਹਨਾਂ ਦੇ ਲਈ ਕੁਆਲੀਫਾਈ ਹੋਇਆ ਜਾ ਸਕਦਾ ਜੇ ਤੁਸੀਂ ਪਹਿਲਾਂ ਟਾਈਮ ਸਿਰ ਆਪਣੀਆਂ ਕਾਗਜ਼ ਪੱਤਰ ਤੇ ਰਸੀਦਾਂ ਪੂਰੀਆਂ ਕਰ ਲਓ। ਅੱਜ ਉਹ ਕਹਿੰਦੇ ਬੈਸਟ ਟਾਈਮ ਆ ਤੁਹਾਡੇ ਕੋਲ ਕਿ ਤੁਸੀਂ ਸਾਰੇ ਪੇਪਰ ਇਕੱਠੇ ਕਰ ਲਓ ਤੇ ਤੁਹਾਨੂੰ ਮਤਲਬ ਹੋਵੇ ਵੀ ਕੁਝ ਵੀ ਤੁਸੀਂ ਭੁੱਲਿਆ ਨਹੀਂ ਆ। H&R ਬਲਾਕ ਦੇ ਜਿਹੜੇ ਟੈਕਸ ਸਪੈਸ਼ਲਿਸਟ ਨੇ ਉਹ ਇਹਦੇ ਬਾਰੇ ਜਾਣਕਾਰੀ ਦੇ ਰਹੇ ਆ। ਉਹ ਕਹਿੰਦੇ ਹੁੰਦਾ ਕੀ ਆ ਆਮ ਤੌਰ ਦੇ ਉੱਤੇ ਕਿ ਜਿਹੜੇ ਕ੍ਰੈਡਿਟਸ ਹੁੰਦੇ ਆ ਉਹ ਭੁੱਲ ਜਾਂਦੇ ਆ ਬੰਦੇ ਕੋਲੋਂ, ਵੀ ਉਹ ਕਲੇਮ ਕਰਨੇ ਭੁੱਲ ਜਾਂਦਾ ਤੇ ਉਹਨਾਂ ਨੂੰ ਫਿਰ ਉਹਨਾਂ ਸਲਿੱਪਸ ਦੇ ਲਈ ਸਰਚ ਕਰਨੀ ਪੈਂਦੀ, ਲੱਭਣੀਆਂ ਪੈਂਦੀਆਂ, ਰਸੀਦਾਂ ਲੱਭਣੀਆਂ ਪੈਂਦੀਆਂ ਕਿ ਜਿਹੜੀਆਂ ਉਸ ਵੇਲੇ ਲੱਭਦੀਆਂ ਨੇ। ontario ਸਟੇਕੇਸ਼ਨ ਟੈਕਸ ਕ੍ਰੈਡਿਟ ਇੱਕ ਉਦਾਹਰਨ ਆ ਇਹਦੀ, ਜਿਹਦੇ ਵਿੱਚ ਉਹ ਕ੍ਰੈਡਿਟ ontario ਜਿਹੜੇ ਕਿਸੇ ਹੋਟਲ 'ਚ ਰਹੇ ਆ ਜਾਂ ਉਹਨਾਂ ਨੇ ਕੋਈ ਕਾਟੇਜ ਰੈਂਟ ਕੀਤੀ ਆ ਪ੍ਰੋਵਿੰਸ ਦੇ ਵਿੱਚ, ਉਹ 20% ਉਸ ਐਲੀਜੀਬਲ ਅਕਮੋਡੇਸ਼ਨ ਦਾ ਐਕਸਪੈਂਸ ਕਲੇਮ ਕਰ ਸਕਦੇ ਆ ਜਨਵਰੀ 1 ਤੋਂ ਲੈ ਕੇ 31 ਦਸੰਬਰ 2022 ਤੱਕ। ਤੇ ਉਹਦੀ ਕਾਸਟ ਦੇ ਵਿੱਚ ਜਿਹੜਾ ਫੂਡ, ਐਂਟਰਟੇਨਮੈਂਟ, ਗੈਸ ਉਹ ਸਾਰਾ ਇਨਕਲੂਡਡ ਨਹੀਂ ਹੁੰਦਾ, ਉਹ ਬਾਹਰ ਹੁੰਦਾ ਜਿੰਨੇ ਵੀ ਐਕਸਟਰਾ ਐਕਸਪੈਂਸਿਸ ਨੇ। ਪਰ ਜਿਹੜਾ ਕੁਝ ਵੀ ਅਕਮੋਡੇਸ਼ਨ ਦਾ ਟਰੈਵਲ ਦੇ ਲਈ ਜਾਂਦਾ ਉਹ ਕਲੇਮ ਕੀਤਾ ਜਾ ਸਕਦਾ ਆ ontario ਦੇ ਵਿੱਚ। ਤੇ ਜਿਹੜੇ ਇਹਨੂੰ ਅਪਲਾਈ ਕਰਨਾ ਚਾਹੁੰਦੇ ਆ ਇਹਦੇ ਲਈ ਉਹਨਾਂ ਕੋਲ ਹੁਣ ਇਹਦੀਆਂ ਸਾਰੀਆਂ ਰਸੀਦਾਂ ਹੋਣੀਆਂ ਚਾਹੀਦੀਆਂ। ਅਪ ਟੂ $1000 ਦੱਸਦੇ ਆ। ਇੱਕ ਇੰਡੀਵਿਜੂਅਲ ਆ ਤੇ 20% ਜਿਹੜੇ ਰੇਟ ਦੇ ਉੱਤੇ ਕ੍ਰੈਡਿਟ, ਜਿਹਦਾ ਮਤਲਬ $200 ਵਾਪਸ ਤੁਹਾਨੂੰ ਇਹਦੇ ਆ ਸਕਦੇ ਆ।
ਜਿਹੜੇ ਪਰਿਵਾਰ ਨੇ ਜਾਂ ਕਪਲ ਨੇ ਉਹ $2000 ਤੱਕ ਕਲੇਮ ਕਰ ਸਕਦੇ ਤੇ ਉਹਨਾਂ ਨੂੰ $400 ਦਾ ਕ੍ਰੈਡਿਟ ਜਿਹੜਾ ਉਹ ਵਾਪਸ ਆ ਸਕਦਾ। ਹੁਣ ਇਹ ਟਾਈਮ ਉਹ ਕਹਿੰਦੇ ਵੀ ਰਸੀਦਾਂ ਇਕੱਠੀਆਂ ਕਰੋ ਤੇ ਇਹ ਜਿਹੜਾ ਇਹਦੇ ਨਾਲ ਤੁਸੀਂ ਉਹਨੂੰ ਚੇਂਜ ਕਰ ਸਕਦੇ ਆ, ਆਪਣਾ ਨਵੇਂ ਕ੍ਰੈਡਿਟ ਲਈ ਅਪਲਾਈ ਕਰ ਸਕਦੇ ਆ। ਆਮ ਤੋਂ ਜਿਹੜਾ ਓਨਟਾਰੀਓ ਸੀਨੀਅਰਸ ਕੇਅਰ ਐਟ ਹੋਮ ਟੈਕਸ ਕ੍ਰੈਡਿਟ ਆ, ਇਹ ਵੀ ਇੱਕ ਇਹੋ ਜਿਹਾ ਕ੍ਰੈਡਿਟ ਆ ਜਿਹਨੂੰ ਤੁਸੀਂ ਐਲੀਜੀਬਲ ਜਿਹੜੇ ਮੈਡੀਕਲ ਐਕਸਪੈਂਸਿਸ ਆ ਸੀਨੀਅਰਸ ਉਹ ਕਲੇਮ ਕਰ ਸਕਦੇ ਆ। ਜਿਹੜੇ ਸੀਨੀਅਰਸ ਨੇ 70 ਸਾਲ ਤੋਂ ਉੱਪਰ ਉਮਰ ਆ ਉਹਨਾਂ ਦੀ, ਉਹ 25% ਆਪਣੇ ਮੈਡੀਕਲ ਖਰਚਿਆਂ ਨੂੰ ਰਾਈਟ ਆਫ ਕਰ ਸਕਦੇ ਆ ਤੇ ਉਹਨਾਂ ਨੂੰ ਕਲੇਮ ਕਰ ਸਕਦੇ ਆ। $6000 ਤੱਕ ਜਿਹੜਾ ਕਲੇਮ ਕੀਤਾ ਜਾ ਸਕਦਾ ਤੇ ਮੈਕਸੀਮਮ $1500 ਤੁਹਾਨੂੰ ਉਧਰਲੇ ਪਾਸਿਓਂ ਰਿਟਰਨ ਆ ਸਕਦਾ। ਇਹ ਕ੍ਰੈਡਿਟ ਰਿਫੰਡੇਬਲ ਆ ਤੇ ਕੋਈ ਵੀ ਬੰਦਾ ਜਿਹਦੀ ਆਮਦਨ $65000 ਸਾਲਾਨਾ ਤੋਂ ਘੱਟ ਆ ਉਹ ਕੁਆਲੀਫਾਈ ਕਰਦਾ। ਮਤਲਬ ਇਦਾਂ ਦੀਆਂ ਕਿੰਨੀਆਂ ਚੀਜ਼ਾਂ ਆ ਜਿਹੜੀਆਂ ਤੁਸੀਂ ਹੁਣ ਤੋਂ ਜੇਕਰ ਧਿਆਨ ਦਿਓਗੇ ਤੇ ਜਦੋਂ ਨੂੰ ਟੈਕਸ ਫਾਈਲ ਕਰਨ ਦੀ ਡੈਡਲਾਈਨ ਆਉਂਦੀ ਆ ਉਦੋਂ ਤੱਕ ਉਹ ਕਾਗਜ਼ ਪੱਤਰ ਤੁਹਾਡੇ ਕੋਲ ਤਿਆਰ ਹੋਣਗੇ ਤੇ ਤੁਸੀਂ ਕਲੇਮ ਕਰ ਸਕਦੇ ਆ। ਚਾਈਲਡ ਕੇਅਰ ਐਕਸੈਸ ਐਂਡ ਰਿਲੀਫ ਫਰੋਮ ਐਕਸਪੈਂਸਿਸ ਕੇਅਰ CAR ਹੀ ਕਹਿੰਦੇ ਟੈਕਸ ਕ੍ਰੈਡਿਟ ਆ, ਜਿਹੜਾ ਉਹਨਾਂ ਪਰਿਵਾਰਾਂ ਦੀ ਮਦਦ ਕਰਦਾ ਜਿਨ੍ਹਾਂ ਦੇ ਪੂਰੇ ਘਰ ਦੀ ਆਮਦਨ 1.5 ਲੱਖ ਤੋਂ ਘੱਟ ਆ। ਜਿਹੜੇ ਪਰਿਵਾਰ ਐਲੀਜੀਬਲ ਨੇ ਉਹ 75% ਚਾਈਲਡ ਕੇਅਰ ਐਕਸਪੈਂਸਿਸ ਦਾ ਕਲੇਮ ਕਰ ਸਕਦੇ ਆ। ਜਿਹੜੇ ਪਰਸਨਲ ਇਨਕਮ ਟੈਕਸ ਕ੍ਰੈਡਿਟਸ ਨੇ ਉਹਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਆ। ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੇ ਤੁਸੀਂ ਹੁਣ ਤੋਂ ਹੀ ਇਹਨਾਂ ਗੱਲਾਂ ਦਾ ਖਿਆਲ ਰੱਖੋਗੇ ਤਾਂ ਤੁਹਾਨੂੰ ਕਾਫੀ ਕ੍ਰੈਡਿਟਸ ਦੇ ਵਿੱਚ ਫਾਇਦਾ ਹੋ ਸਕਦਾ ਆ ਤੇ ਤੁਸੀਂ ਇਹਦੇ ਵਿੱਚੋਂ ਜਿਹੜਾ ਬਚਾਅ ਕਰ ਸਕਦੇ। ਅਗਲੀ ਗੱਲਬਾਤ ਹਵਾਈ ਸਫ਼ਰ ਬਾਰੇ। ਹਵਾਈ ਸਫ਼ਰ ਬਾਰੇ ਆਪਾਂ ਰੋਜ਼ ਹੀ ਮਤਲਬ ਖਬਰਾਂ ਸਾਂਝੀਆਂ ਕਰਦੇ, ਕਿਸੇ ਦਾ ਸਮਾਨ ਗੁਆਚ ਗਿਆ, ਕਿਸੇ ਦੀ ਫਲਾਈਟ ਲੇਟ ਹੋ ਗਈ, ਕਿਸੇ ਦੀ ਕੈਂਸਲ ਹੋ ਗਈ। ਵੱਧ ਤੋਂ ਜਿੰਨੇ ਕੇਸ ਅੱਗੇ ਹੁਣ ਇਸ ਵੇਲੇ ਏਅਰਲਾਈਨਾਂ ਦੇ ਉੱਤੇ ਲੋਕਾਂ ਨੇ ਕੀਤੇ ਪਹਿਲਾਂ ਕਦੇ ਨਹੀਂ ਹੋਏ। ਪਰ ਜਿਹੜੇ ਕੁਝ ਲੋਕ ਆ ਉਹ ਹੁਣ ਯਾਦ ਕਰਦੇ ਆ ਪੁਰਾਣਾ ਜ਼ਮਾਨਾ, ਵੀ ਕਦੇ ਉਹ ਜ਼ਮਾਨਾ ਵੀ ਹੁੰਦਾ ਸੀ ਕਿ ਹਵਾ ਦੇ ਵਿੱਚ ਸਫ਼ਰ ਕਰਨਾ, ਜਹਾਜ਼ ਦੇ ਵਿੱਚ ਜਾਣਾ ਇੱਕ ਸ਼ਾਨ ਸਮਝੀ ਜਾਂਦੀ ਸੀ, ਬੜਾ ਸ਼ਾਨੋ ਸ਼ੌਕਤ ਵਾਲਾ ਕੰਮ ਹੁੰਦਾ ਸੀ। ਵੀ ਪਹਿਲਾਂ ਉਹ ਮਤਲਬ ਵਾਰਮ ਟਾਵਲ ਤੇ ਉਹ ਸਾਰਾ ਕੁਝ ਤੁਹਾਡੇ ਕੋਲ ਲਿਆ ਕੇ ਤੇ ਸ਼ਾਹੀ ਠਾਠ ਦੇ ਵਿੱਚ ਤੁਹਾਨੂੰ ਖਾਣਾ ਦਿੱਤਾ ਜਾਂਦਾ ਸੀ, ਇੰਨੀ ਕੇਅਰ ਕੀਤੀ ਜਾਂਦੀ ਸੀ ਤੁਹਾਨੂੰ। ਉਹ ਸਾਰਾ ਕੁਝ ਜਿਹੜੀਆਂ ਸਹੂਲਤਾਂ ਪਹਿਲਾਂ ਮਿਲਦੀਆਂ ਸੀ ਉਹ ਹੁਣ ਨਹੀਂ ਮਿਲਦੀਆਂ। ਵੀ ਇਹ ਕੀ ਗੱਲ ਹੋ ਗਈ? ਦੁਨੀਆ ਤਾਂ ਤਰੱਕੀ ਕਰ ਗਈ ਆ, ਗਾਂਹ ਨੂੰ ਜਾ ਰਹੇ ਆ। ਏਅਰਲਾਈਨ ਦੇ ਮਾਮਲੇ ਦੇ ਵਿੱਚ ਹੁਣ ਪਿੱਛੇ ਨੂੰ ਕਿਉਂ ਜਾ ਰਹੇ ਆ? ਏਅਰਲਾਈਨਸ ਤੁਹਾਨੂੰ ਉਹ ਸਹੂਲਤ ਕਿਉਂ ਨਹੀਂ ਦਿੰਦੀਆਂ ਜਿਹੜੀਆਂ ਕੁਝ ਸਾਲ ਪਹਿਲਾਂ ਦਿੰਦੀਆਂ ਸੀ? ਹੁਣ ਲੋਕ ਕਹਿੰਦੇ ਵੀ ਜਹਾਜ਼ ਚੜ੍ਹਨਾ ਸਿਰਫ ਬੱਸ ਵਰਗਾ ਹੀ ਆ, ਵੀ ਬੱਸ 'ਚ ਹੀ ਚੜ੍ਹਨਾ, ਬਸ ਹਵਾ 'ਚ ਉੱਡੀ ਜਾਂਦੀ ਹੈ, ਫਰਕ ਇੰਨਾ ਹੀ ਆ। ਕੋਈ ਪੁੱਛਦਾ ਕਿਸੇ ਦਾ ਨਹੀਂ ਤੇ ਕੋਈ ਇੰਨੀ ਜ਼ਿਆਦਾ ਜਿਹੜੀ ਆ ਉਹ ਧਿਆਨ ਨਹੀਂ ਦਿੱਤਾ ਜਾਂਦਾ। ਜਿਹੜੇ ਪੁਰਾਣੀਆਂ ਕੁਛ ਏਅਰ ਹੋਸਟਸ ਨੇ ਜਾਂ ਜਿਹੜੇ ਫਲਾਈ ਕਰਦੇ ਰਹੇ ਆ ਉਹ ਦੱਸਦੇ ਆ ਕਿ 1960-70 ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹ ਮਤਲਬ ਇੱਕ ਕਾਕਟੇਲ ਪਾਰਟੀ ਹਵਾ ਦੇ ਵਿੱਚ ਹੋ ਰਹੀ ਹੈ, ਇਸ ਤਰੀਕੇ ਦੇ ਨਾਲ ਲੋਕਾਂ ਦਾ ਮਤਲਬ ਸਵਾਗਤ ਕੀਤਾ ਜਾਂਦਾ ਸੀ। ਸ਼ੈਂਪੇਨ ਤੇ ਉਹਨਾਂ ਪੈਸੰਜਰਸ ਨੂੰ ਦੇਣਾ ਜਿਹੜੇ ਉੱਥੇ ਫਲਾਈ ਕਰਦੇ ਸੀ ਜਹਾਜ਼ ਦੇ ਵਿੱਚ। ਤੇ ਜਦੋਂ ਫਿਰ ਉਸ ਤੋਂ ਬਾਅਦ ਇਹ CP ਹੁੰਦੀ ਸੀ 86 ਦੇ ਵਿੱਚ, ਪੈਸੀਫਿਕ ਵੈਸਟਰਨ ਏਅਰਲਾਈਨ PWA ਬਣ ਗਈ, ਫਿਰ ਕੈਨੇਡੀਅਨ ਏਅਰਲਾਈਨ ਬਣ ਗਈ। ਤੇ ਇਹ ਸਾਰੇ ਦੇ ਕੁਝ ਮਤਲਬ ਜਿਹੜੀ ਟੌਪ ਨੌਚ ਟਰੀਟਮੈਂਟ ਹੁੰਦੀ ਸੀ ਹਰ ਪੈਸੰਜਰ ਦੇ ਲਈ, ਭਾਵੇਂ ਉਹ ਇਕੋਨਮੀ ਦੇ ਵਿੱਚ ਬੈਠਾ। ਵੀ ਉਹ ਜ਼ਮਾਨਾ ਜਿਹੜਾ ਹੁੰਦਾ ਸੀ ਲੋਕ ਉਹਨੂੰ ਸਿਰਫ ਹੁਣ ਚੇਤੇ ਹੀ ਕਰਦੇ। ਬ੍ਰੇਕਫਾਸਟ, ਲੰਚ, ਡਿਨਰ, ਮਤਲਬ ਰੀਅਲ ਕਿਸ ਤਰੀਕੇ ਦੇ ਨਾਲ ਉਹ ਸਰਵ ਕੀਤਾ ਜਾਂਦਾ ਸੀ। ਉਹਦੇ ਤੋਂ ਬਾਅਦ ਕੱਪੜੇ ਦੇ ਨੈਪਕਿਨ ਤੇ ਜਿਹੜਾ ਫਿਰ ਕੌਫੀ ਆਉਣੀ, ਫਿਰ ਚਾਹ ਆਉਣੀ, ਫਿਰ ਫਰੂਟ ਬਾਸਕਟ ਆਉਣੀ। ਉਹ ਸਾਰੀਆਂ ਗੱਲਾਂ ਬਾਤਾਂ ਕਿਤੇ ਨਾ ਕਿਤੇ ਹੁਣ ਜਿਹੜੀਆਂ ਪ੍ਰੀਮੀਅਮ ਇਕੋਨਮੀ ਜਾਂ ਬਿਜ਼ਨਸ ਦੇ ਕਲਾਸ ਵਿੱਚ ਤਾਂ ਹੈਗੀਆਂ ਆ, ਪਰ ਇਕੋਨਮੀ ਦੇ ਵਿੱਚ ਕਿਤੇ ਨਾ ਕਿਤੇ ਉਹ ਗਾਇਬ ਹੋ ਗਈਆਂ। ਜਦੋਂ ਉਹ ਜਿਹੜੇ ਰਿਟਾਇਰ ਹੋਇਆ CP ਏਅਰ ਤੋਂ, ਕੈਨੇਡੀਅਨ ਤੇ ਏਅਰ ਕੈਨੇਡਾ ਫਲਾਈਟ ਅਟੈਂਡੈਂਟਸ ਇਹਦੇ ਬਾਰੇ ਦੱਸ ਰਿਹਾ ਕਿ ਉਹ ਇੱਕ ਵਾਕਿਆ ਹੀ ਸਮਾਂ ਹੋਰ ਸੀਗਾ ਜਦੋਂ ਜਿਹੜੇ ਹੁਣ ਹੋਇਆ ਕਿ ਇਸ ਤੋਂ ਬਾਅਦ ਉਹ ਕਹਿੰਦੇ ਵੀ ਕੰਪੀਟੀਸ਼ਨ ਵੱਧ ਗਿਆ। ਅਸਲ ਦੇ ਵਿੱਚ ਰੌਲਾ ਇਹ ਪਿਆ ਕਿ ਹੁਣ ਤੇ ਸਟਾਫ ਸ਼ਾਰਟੇਜ ਤੇ ਉਹ ਕੰਪਿਊਟਰ ਆਊਟੇਜ, ਬੈਗੇਜ ਗੁਆਚ ਗਿਆ, ਫਲਾਈਟ ਕੈਂਸਲ ਹੋ ਗਈ। ਵੀ ਬੰਦੇ ਨੂੰ ਇੰਨਾ ਹੀ ਹੁੰਦਾ ਵੀ ਸੁੱਖੀ ਸੰਦੀ ਮੈਂ ਆਪਣੇ ਟਾਈਮ ਸਿਰ ਉੱਥੇ ਪਹੁੰਚ ਜਾਵਾਂ, ਬਾਕੀ ਤਾਂ ਜਿਹੜਾ ਸਮਾਂ ਕੱਢਣਾ ਉਹ ਉਸ ਤਰ੍ਹਾਂ ਹੀ ਹੈ। ਜਿਹੜੀ COVID-19 ਦੇ ਦੌਰਾਨ ਬਹੁਤ ਵੱਡੀ ਡਿਸਟਰਪਸ਼ਨ ਹੋਈ ਆ, ਲੇਬਰ ਸ਼ਾਰਟੇਜ ਵੀ ਆਈ ਆ। ਸਰਕਾਰ ਕਹਿੰਦੀ ਹੈ ਅਸੀਂ ਇਹਨੂੰ ਓਵਰਹਾਲ ਕਰ ਲੈਣਾ ਸਾਰੇ ਕੁਝ ਨੂੰ, ਪਰ ਓਵਰਹਾਲ ਹੋਣਾ ਕੁਛ ਨਹੀਂ। ਹੁਣ ਰੌਲਾ ਇਹ ਦੱਸ ਰਹੇ ਆ ਕਿ ਕੀਮਤਾਂ ਥੱਲੇ ਆ ਗਈਆਂ। ਉਹਦੇ ਨਾਲ ਨਾਲ ਜਿਹੜੀ ਗੋਲਡਨ ਏਜ ਆਫ ਫਲਾਈਂਗ ਸੀ, ਜਿਹੜਾ ਫਲਾਈਂਗ ਦਾ ਸੁਨਹਿਰਾ ਯੁੱਗ ਸੀ, ਉਹ ਚਲਿਆ ਗਿਆ। ਤੇ ਹੁਣ ਮਤਲਬ ਹੁਣ ਜਿਹੜਾ ਵੀ ਬੰਦੇ ਦੇ ਲਈ ਇੱਕ ਕੈਰੀਅਰ ਕੰਪੀਟੀਸ਼ਨ ਬਹੁਤ ਹੋ ਗਿਆ। ਜਦੋਂ ਜਾਂਦੇ ਸੀਗੇ ਇਹ ਜਿਹੜੇ ਕਮਰਸ਼ੀਅਲ ਏਵੀਏਸ਼ਨ ਰੈਗੂਲੇਸ਼ਨ ਸੀਗੀਆਂ ਉਹਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ, ਕਿਉਂਕਿ ਜਿਹੜੇ 1986 ਤੱਕ ਦੋ ਵੱਡੇ ਪਲੇਅਰ ਸੀਗੇ ਪ੍ਰਾਈਵੇਟ ਕੈਰੀਅਰ, CP ਏਅਰ ਤੇ ਗਵਰਨਮੈਂਟ ਓਨਡ ਏਅਰ ਕੈਨੇਡਾ, ਜਿਹਨੂੰ ਟਰਾਂਸ ਕੈਨੇਡਾ ਏਅਰਲਾਈਨ ਪਹਿਲਾਂ ਕਹਿੰਦੇ ਸੀਗੇ। ਹੁਣ ਉਹਦੇ ਤੋਂ ਬਾਅਦ ਐਪਸ ਕੰਪੀਟੀਸ਼ਨ ਹੈ ਨਹੀਂ ਸੀ ਤੇ ਉਹ ਮਨਮਰਜ਼ੀ ਦਾ ਜਿਹੜਾ ਸਾਰਾ ਕੁਝ ਚੱਲਦਾ ਸੀਗਾ
ਤੇ ਉਹਦੇ ਨਾਲ ਫਿਰ ਉਹ ਇੰਨੇ ਕੁ ਪੈਸੇ ਚਾਰਜ ਕਰ ਲੈਂਦੇ ਸੀ ਕਿ ਪੈਸੰਜਰ ਨੂੰ ਸਾਰੀਆਂ ਸਹੂਲਤਾਂ ਦੇ ਸਕਦੇ ਸੀਗੇ। ਸੀਪ ਏਅਰ ਦੇ ਵਿੱਚ ਵੀ ਐਸੇ ਤਰ੍ਹਾਂ ਸੀਗਾ ਵੀ ਟ੍ਰੇਨਿੰਗ ਹੁੰਦੀ ਸੀ ਪਹਿਲਾਂ ਸਾਰੀ ਏਅਰ ਹੋਸਟਸ ਦੀ, ਕਰਿਊ ਦੀ, ਸਾਰੇ ਕੁਛ ਦੀ, ਤੇ ਫਿਰ ਮਤਲਬ ਓਲਡ ਯੂਰਪੀਅਨ ਸਟਾਈਲ ਉਹਦੇ ਵਿੱਚ ਸਰਵਿਸ ਹੁੰਦੀ ਸੀਗੀ। ਉਹਦਾ ਬੜਾ ਹਾਈ ਸਟੈਂਡਰਡ ਹੁੰਦਾ ਸੀ ਉਸ ਸਰਵਿਸ ਦਾ ਜਿਹੜਾ ਦੱਸਿਆ ਜਾ ਰਿਹਾ ਹੈ। ਔਰ ਉਹਦੇ ਤੋਂ ਬਾਅਦ ਜੇ ਕੈਂਸਲੇਸ਼ਨ ਹੋ ਗਈ ਹੋਟਲ ਤੇ ਹੋਰ ਕਿੰਨਾ ਕੁਛ ਜਿਹੜਾ ਸਾਰਾ ਕੁਛ ਹੁੰਦਾ ਸੀ। ਪਰ ਹੁਣ ਜਿਹੜਾ ਇਹ ਆ ਇਹਦੇ ਵਿੱਚ ਫਰਕ ਜੇ ਤੁਸੀਂ ਉਹ ਹੁਣ ਮਹੱਤਵਪੂਰਨ ਗੱਲ ਇਹ ਕਹਿੰਦੇ ਵੀ ਤੁਸੀਂ ਉੱਥੋਂ ਦੇ ਇੱਥੇ ਤੱਕ ਕਿਰਾਏ ਲਾ ਕੇ ਦੇਖੋ। 1950 ਦੇ ਵਿੱਚ ਟਰਾਂਸ ਕੈਨੇਡਾ 에ਅਰਲਾਈਨ ਦੇ ਵਿੱਚ ਜੇ ਕੋਈ ਮਤਲਬ ਵੈਨਕੂਵਰ ਤੋਂ ਜੋਸਨਬਰਗ ਸਾਊਥ ਅਫਰੀਕਾ ਜਾਂਦਾ ਸੀ ਤਾਂ ਟਿਕਟ ਰਿਟਰਨ ਟਿਕਟ $21,000 ਦੀ ਸੀ, 21,000। ਜੇ ਟੋਰਾਂਟੋ ਤੋਂ ਵੈਨਕੂਵਰ 1962 ਦੇ ਵਿੱਚ ਜਾਣਾ ਤਾਂ ਸੀਪੀ ਏਅਰ ਜਿਹੜੀ ਸੀਗੀ ਉਹ ਰਫਲੀ $1,900 ਦੱਸੀ ਜਾ ਰਹੀ ਆ, ਐਡਜਸਟਡ ਫॉर ਇਨਫਲੇਸ਼ਨ $1,900। ਸੋ ਹੁਣ ਕੰਪੀਟੀਸ਼ਨ ਆ ਗਿਆ ਤੇ ਫਲਾਈਟਾਂ ਵੀ ਸਸਤੀਆਂ ਹੋ ਗਈਆਂ। ਜਿੰਨੀਆਂ ਕੰਪੀਟੀਸ਼ਨ ਦੇ ਵਿੱਚ ਉਹਨਾਂ ਨੇ ਕਿਰਾਏ ਘਟਾ ਦਿੱਤੇ ਆ ਤੇ ਓਨਾ ਹੀ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜਾ ਉਹ ਉਹਨੇ ਥੱਲੇ ਨੂੰ ਆ ਗਿਆ। ਤੇ ਹੁਣ ਉਹ ਆਪਣੀ ਕਾਸਟ ਨੂੰ ਕੱਟ ਕਰ ਰਿਹਾ ਕਿ ਸਾਡਾ ਖਰਚਾ ਜਿੰਨਾ ਘੱਟ ਤੋਂ ਘੱਟ ਆ ਓਨਾ ਹੋਵੇ। ਲੱਗਦਾ ਨਹੀਂ ਕਿ ਹੁਣ ਉਹ ਸੁਨਹਿਰਾ ਯੁੱਗ ਹਵਾਈ ਸਫ਼ਰ ਦਾ ਕਦੇ ਵਾਪਸ ਆਊਗਾ। ਦੋਸਤੋ ਅੱਜ ਦੀਆਂ ਗੱਲਾਂ ਬਾਤਾਂ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੱਲ ਦੇ ਕੁਝ ਨਵੇਂ ਮੁੱਦਿਆਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।